ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਹਾਲ ਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਗੁਰੂ ਮਹਾਰਾਜ ਜੀ ਨੇ ਜੋ ਸ਼ਾਮ ਦੇ ਸਮੇਂ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ, ਗੁਰੂ ਘਰ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਜੋ ਕਥਾ ਹੈ ਉਹ ਲੜੀਵਾਰ ਸ਼ੁਰੂ ਹੋਈ ਹੈ। ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਨ। ਕੱਲ ਆਪਾਂ ਜੋ ਮੰਗਲ 6ਵੇਂ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਗਿਆਨੀ ਗਿਆਨ ਸਿੰਘ ਜੀ ਦੇ ਵਿਦਿਆ ਦਾਤੇ ਸੰਤ ਵੀਰ ਸਿੰਘ ਜੀ ਉਹਨਾਂ ਤੱਕ ਜੋ ਮੰਗਲ ਗਿਆਨੀ ਜੀ ਨੇ ਕੀਤੇ ਹਨ ਉਹ ਸਰਵਣ ਕੀਤੇ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਕਿ ਮੀਰੀ ਪੀਰੀ ਦੀਆਂ ਜਿਨ੍ਹਾਂ ਕਿਰਪਾਨਾਂ ਤਲਵਾਰਾਂ ਪਹਿਨੀਆਂ ਔਰ ਇਹ ਜਾਣਿਆ ਕਿ ਜਿਹੜੇ ਦੁਸ਼ਟ ਨੇ ਹੁਣ ਦੰਡ ਦਿੱਤੇ ਬਿਨਾ ਕਿ ਦਬਣੇ ਨਹੀਂ। ਐਸੇ ਮਹਾਨ ਯੋਧੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕੀਤੀ। ਫਿਰ 7ਵੇਂ ਪਾਤਸ਼ਾਹ ਜਿਹੜੇ ਕਿ ਮਹਾਨ ਸਤਿਗੁਰੂ ਜਿਨ੍ਹਾਂ ਦੇ ਅੰਦਰ ਬੇਅੰਤ ਨਿਮਰਤਾ ਔਰ ਮੱਖਣ ਵਰਗੀ ਕੋਮਲਤਾ ਹੈ, ਜਿਨ੍ਹਾਂ ਨੇ ਕੰਗਾਲਾਂ ਨੂੰ ਵੀ ਬਾਦਸ਼ਾਹ ਦੇ ਬਚਨ ਕਰਕੇ ਬਾਦਸ਼ਾਹ ਬਣਾ ਦਿੱਤਾ। ਐਸੇ ਗੁਰੂ ਮਹਾਰਾਜ ਜਿਨ੍ਹਾਂ ਤੇ ਕਿਰਪਾਲੂ ਹੋਏ, ਚਾਰੇ ਪਦਾਰਥ ਬਖਸ਼ ਦਿੱਤੇ ਗੁਰੂ ਹਰਿ ਸਾਹਿਬ ਪਾਤਸ਼ਾਹ ਨੂੰ ਵੀ ਗਿਆਨੀ ਗਿਆਨ ਸਿੰਘ ਜੀ ਨੇ ਨਮਸਕਾਰ ਕੀਤੀ। ਉਪਰੰਤ ਗੁਰੂ ਹਰਕ੍ਰਿਸ਼ਨ ਮਹਾਰਾਜ ਜਿਹੜੇ ਬਾਲ ਰੂਪ ਦੇ ਵਿੱਚ ਇਤਨੇ ਸੁੰਦਰ ਹਨ ਕਿ ਚੰਦਰਮਾ ਕੀ
ਗੁਰੂ ਮਹਾਰਾਜ ਦੀ ਬਰਾਬਰੀ ਕਮਲ ਫੁੱਲ ਕੀ, ਸੂਰਜ ਦਾ ਪ੍ਰਕਾਸ਼ ਵੀ ਕੀ, ਕਲਪ ਵਿਰਸ਼ ਵੀ ਕੀ, ਔਰ ਕਾਮਦੇਵ ਵੀ ਕੀ ਉਪਮਾ ਬਰਾਬਰੀ ਕਰ ਸਕਦਾ ਹੈ। ਗੁਰੂ ਹਰਿਕ੍ਰਿਸ਼ਨ ਮਹਾਰਾਜ ਇਤਨੇ ਸੁੰਦਰ ਬਾਲ ਗੁਰੂ ਜੀ ਨੂੰ ਨਮਸਕਾਰ ਕੀਤੀ। ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਦਿਆਂ ਕਿਹਾ, ਜਗ ਹਿੰਦ ਧਰਮ ਕਹਾਂ ਰਹਿ ਤੂੰ ਅਰ ਤਗ ਤਿਲਕ ਨਾ ਦੇਖਣ ਪਾਤੇ। ਐਸੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਨੇ ਹਿੰਦ ਦੀ ਚਾਦਰ ਬਣ ਕਰਕੇ ਇਸ ਹਿੰਦੂ ਧਰਮ ਦੀ ਰੱਖਿਆ ਕੀਤੀ, ਅਗਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬਾਂਹ ਨਾ ਫੜਦੇ, ਗਿਆਨੀ ਗਿਆਨ ਸਿੰਘ ਜੀ ਨੇ ਗੁਰੂ ਦੀ ਉਪਮਾ ਕੀਤੀ ਕਿ ਫਿਰ ਹਿੰਦੂ ਧਰਮ ਕੀ, ਤਗ ਜਨੇਊ ਕੀ, ਤਿਲਕ ਕੀ, ਦੇਵਤਿਆਂ ਦੇ ਸਥਾਨ ਕੀ, ਕੁਝ ਵੀ ਨਹੀਂ ਸੀ ਹੋਣਾ। ਇਹ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿਰਪਾ ਕੀਤੀ, ਆਪਣੀ ਸ਼ਹੀਦੀ ਦਿੱਤੀ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਕਲਗੀਧਰ ਪਾਤਸ਼ਾਹ ਨੇ ਵੀ ਬਚਨ ਕਹੇ। ਐਸੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਨਮਸਕਾਰ ਕਰਦਿਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ, ਜਿਨ੍ਹਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਔਰ ਬ੍ਰਹਮ ਸਰੂਪ ਜਗਤ ਨੂੰ ਤਾਰਨ ਵਾਸਤੇ ਮਹਾਰਾਜ ਆਏ, ਕਲਯੁਗੀ ਜੀਵਾਂ ਦੇ ਪਾਪ ਦੋਸ਼ ਨੂੰ ਨਾਸ਼ ਕੀਤਾ, ਐਸਾ ਪੰਥ ਖਾਲਸਾ ਪ੍ਰਗਟ ਕੀਤਾ। ਐਸੇ ਸਤਿਗੁਰੂ ਨੂੰ ਨਮਸਕਾਰ ਹੈ। ਉਪਰੰਤ ਆਪਣੇ ਸਿੱਖਿਆ ਦਾਤੇ, ਵਿਦਿਆ ਦਾਤੇ ਜਿਹੜੇ ਹਨ ਸੰਤ ਬੀਰ ਸਿੰਘ ਜੀ, ਉਹਨਾਂ ਨੂੰ ਵੀ ਨਮਸਕਾਰ ਕੀਤੀ ਹੈ, ਜਿਨ੍ਹਾਂ ਕੋਲੇ ਅੰਮ੍ਰਿਤਸਰ ਸਾਹਿਬ ਗਿਆਨੀ ਗਿਆਨ ਸਿੰਘ ਜੀ ਰਹੇ। ਉਸ ਉਪਰੰਤ ਫਿਰ ਪੰਡਿਤ ਤਾਰਾ ਸਿੰਘ ਜੀ ਨਰੋਤਮ ਮਹਾਨ ਵਿਦਵਾਨ ਸੀ, ਉਹਨਾਂ ਕੋਲੋਂ ਵੀ ਸਿੱਖਿਆ ਲਈ। ਤੋ ਆਓ ਹੁਣ ਜਿੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗਿਆਨੀ ਗਿਆਨ ਸਿੰਘ ਜੀ ਰਹੇ ਹਨ, ਉਸ ਧਰਤੀ ਦੀ ਉਪਮਾ ਕਰਦੇ ਆ। ਸ੍ਰੀ ਅੰਮ੍ਰਿਤਸਰ ਦੀ, ਅੰਮ੍ਰਿਤ ਸਰੋਵਰ ਦੀ, ਵਿੱਚ ਬਣੇ ਹਰਮੰਦਰ ਦੀ ਉਪਮਾ ਮਹਿਮਾ ਕਰ ਰਹੇ ਨੇ ਪਿਆਰ ਔਰ ਸਤਿਕਾਰ ਦੇ ਨਾਲ। ਇਹ ਵੀ ਮੰਗਲ ਅਗਲੀ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਦੇਸਨ ਮੈਂ ਬਰ ਦੇਸ਼ ਪੰਜਾਬ। ਗਿਆਨੀ ਗਿਆਨ ਸਿੰਘ ਜੀ ਕਹਿੰਦੇ, ਭਾਈ ਦੇਸ਼ਾਂ ਦੇ ਵਿੱਚੋਂ ਵਰ ਦੇਸ਼ ਪੰਜਾਬ, ਜੋ ਸਾਰਿਆਂ ਨੂੰ ਮਹਾਨ ਸ੍ਰੇਸ਼ਟ, ਇਹ ਪੰਜਾਬ ਦੇਸ਼ ਹੈ। ਅੱਗੇ ਵੀ ਆਪਾਂ ਇਹ ਗੱਲ ਕੀਤੀ, ਜਿਹੜਾ ਭਾਰਤ ਹੈ, ਭਾਰਤ ਕੋਈ ਇੱਕ ਦੇਸ਼ ਨਹੀਂ, ਇਹ ਕਈ ਦੇਸ਼ਾਂ ਦਾ ਸੰਘੀ ਢਾਂਚਾ ਹੈ, ਜਿਹਨੂੰ ਅੱਜ ਕੱਲ ਖਤਮ ਕੀਤਾ ਜਾ ਰਿਹਾ, ਜਿਹਨੂੰ ਆਪਾਂ ਆਮ ਕਹਿੰਦੇ ਹਾਂ ਸੂਬਿਆਂ ਦੇ ਅਧਿਕਾਰ ਖਤਮ ਹੋ ਰਹੇ ਨੇ। ਅਸਲ ਦੇ ਵਿੱਚ ਜਦੋਂ ਦਾ ਸੂਬੇ ਮੰਨ ਲਿਆ ਗਿਆ, ਉਦੋਂ ਦੇ ਅਧਿਕਾਰ ਖਤਮ ਹੋਏ। ਇਹ ਇੱਕ ਦੇਸ਼ ਹੈ। ਪੁਰਾਤਨ ਗ੍ਰੰਥਾਂ ਵਿੱਚ ਪੰਜਾਬ ਨੂੰ ਸੂਬਾ ਨਹੀਂ ਕਿਹਾ, ਪੰਜਾਬ ਨੂੰ ਇੱਕ ਦੇਸ਼ ਕਿਹਾ ਹੈ। ਇਹ ਇਲਾਕਾ ਸੀ, ਵੱਖਰਾ ਦੇਸ਼, ਜਿਵੇਂ ਅਫਗਾਨਿਸਤਾਨ, ਉਹ ਇੱਕ ਦੇਸ਼ ਸੀ, ਵੱਖਰਾ ਸੀ। ਇਸੇ ਤਰ੍ਹਾਂ ਪੰਜਾਬ, ਇਹਨੂੰ ਮਦਰ ਦੇਸ਼ ਵੀ ਕਿਹਾ। ਇਹ ਐਸਾ ਦੇਸ਼ਾਂ ਵਿੱਚੋਂ ਮਹਾਨ ਦੇਸ਼ਨ ਮੈਂ ਵਰ ਦੇਸ਼ ਪੰਜਾਬ ਜੋ ਹੈ। ਅਜਾਇਬ ਜਾ ਸਮ ਔਰ ਨ ਦੇਸੂ। ਅਜਾਇਬ ਨਾਮ ਹੈ ਅਸਚਰਜਤਾ ਦਾ, ਬਹੁਤ ਹੀ ਅਨੋਖਾ, ਜਿਹਦੇ ਵਰਗਾ ਕੋਈ ਹੋਰ ਦੇਸ਼ ਨਹੀਂ ਦੁਨੀਆ ਦੇ ਵਿੱਚ। ਇਹ ਮਹਾਨ ਸਾਰੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਸ੍ਰੇਸ਼ਟ ਹੈ। ਤਾ ਮਦ ਏਕ ਸੁਧਾ ਸਰ ਸ਼ਹਿਰ। ਇਸ ਪੰਜਾਬ ਦੇਸ਼ ਦੇ ਵਿਚਕਾਰ ਜਿਹੜਾ ਅੰਮ੍ਰਿਤਸਰ ਸਾਹਿਬ ਹੈ, ਇਹ ਗੁਰਮੁਖੋ ਪੰਜਾਬ ਦਾ ਵਿਚਕਾਰਲਾ ਹਿੱਸਾ ਸੀ, ਕੇਂਦਰ ਸੀ ਸਾਰੇ ਪੰਜਾਬ ਦਾ। ਤੇ ਸਾਰੇ ਇਸ ਪੰਜਾਬ ਦੇ ਵਿਚਕਾਰ ਮਦ ਏਕ ਸੁਧਾ ਸਰ ਸ਼ਹਿਰ। ਸੁਧਾ ਸਰ ਕਹਿੰਦੇ ਨੇ ਅੰਮ੍ਰਿਤਸਰ, ਸੁਧਾ ਅੰਮ੍ਰਿਤ ਨੂੰ ਕਹਿੰਦੇ ਆ, ਕਿ ਅੰਮ੍ਰਿਤਸਰ ਜੋ ਸ਼ਹਿਰ ਹੈ, ਲਹਿਰਦਾਰ ਅਪਾਰ ਹਮੇਸ਼ੂ। ਲਹਿਰਦਾਰ ਕਹੀਏ ਆਨੰਦਦਾਇਕ,
ਆਨੰਦ ਦੇਣ ਵਾਲਾ, ਬਹੁਤ ਹੀ ਸਦਾ ਹੀ ਜੋ ਭਾਈ ਆਨੰਦ ਦੇਣ ਵਾਲਾ ਇਸ ਪੰਜਾਬ ਦੇਸ਼ ਦੇ ਐਨ ਵਿਚਕਾਰ ਸ੍ਰੀ ਅੰਮ੍ਰਿਤਸਰ ਸ਼ਹਿਰ ਹੈ। 14 ਲੋਕਨ ਕੀ ਸੁਖ ਸੰਪਤ। ਮਹਿਮਾ ਕਰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕਿ ਇਸ ਅੰਮ੍ਰਿਤਸਰ ਦੇ ਵਿੱਚ ਜਾਣੋ, ਇਹ ਜਾਣ ਲਈਏ ਕਿ 14 ਲੋਕਨ ਕੀ ਸੁਖ ਸੰਪਦ, 14 ਲੋਕਾਂ ਦੀ, ਕਿਉਂਕਿ ਮੁਸਲਿਮ ਧਰਮ ਦੇ ਵਿੱਚ 7 ਪਤਾਲ 7 ਆਕਾਸ਼ ਮੰਨੇ ਹੈ, ਇਸ ਕਰਕੇ 14 ਤਬਕ ਕਿਹਾ। ਤੇ ਪਰ ਗੁਰਮਤ ਦੇ ਮੁਤਾਬਕ ਅਣਗਿਣਤ ਮਹਾਰਾਜ ਨੇ ਕਿਹਾ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਲੇਕਿਨ ਜਿੱਥੇ 14 ਦੀ ਵੀ ਗੱਲ ਆਵੇ ਉੱਥੇ ਗੁਰਮਤ ਦੇ ਮੁਤਾਬਕ ਅਣਗਿਣਤੀ ਜਾਣਨਾ। ਮਹਾਰਾਜ ਨੇ ਵੀ ਕਈ ਜਗ੍ਹਾ 14 ਦੀ ਗੱਲ ਕੀਤੀ ਹੈ। ਉਹਦਾ ਭਾਵ ਕੀ ਹੈ? ਬੇਅੰਤੀ। ਇਹਦਾ ਭਾਵ ਬਣ ਜਾਂਦਾ ਜਿੰਨੇ ਵੀ ਆਕਾਸ਼ ਤੇ ਪਤਾਲ ਹਨ, ਇਹ ਜਾਣੋ ਭਾਈ 14 ਲੋਕਨ ਕੀ ਸੁਖ ਸੰਪਦ, 14 ਹੀ ਲੋਕਾਂ ਦੀ, ਸਾਰੇ ਲੋਕਾਂ ਦੀ ਸੁਖ ਸੰਪਤੀ ਜੋ ਹੈ, ਔ ਵਿਦ ਕੀ ਨਿਪਨਾਈ ਅਸ਼ੇਸ਼ੂ। ਔਰ ਫਿਰ ਹੋਰ ਜਿਹੜੀ ਵਿਦ ਨਾਮ, ਵਿਦਤਾ ਬ੍ਰਹਮੇ ਦਾ ਹੈ, ਔਰ ਜਿੰਨੀ ਬ੍ਰਹਮਾ ਆਦਿਕ ਦੀ ਬਹੁਤ ਚਤੁਰਾਈ ਹੈ, ਸਾਰੇ ਲੋਕਾਂ ਦੀ ਜਿੰਨੀ ਸਮੱਗਰੀ ਸੁਖ ਹਨ, ਆਨ ਬਟੋਰ ਧਰੀ ਸਗਰੀ, ਉਹ ਸਾਰੀ ਹੀ ਇਕੱਠੀ ਕਰਕੇ, ਬਟੋਰ ਨਾਮ ਹੈ, ਲਿਆ ਕੇ ਇਕੱਠੀ ਕਰਕੇ ਸਾਰਾ ਕੁਝ ਹੀ, ਜਨ ਰਾਮ ਸੋ ਦਾਸ ਸ੍ਰੀ ਗੁਰ ਵੇਸੂ। ਇਹ ਜਾਣੋ ਕਿ ਭਾਈ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਸਾਰਾ ਕੁਝ ਹੀ ਇਸ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਇਕੱਠਾ ਕਰਕੇ ਰੱਖ ਦਿੱਤਾ ਹੈ। ਸਵਈਆ ਫਾਬੀ ਰਹਿ ਬਰ ਆਬੀ ਸਦਾ ਜਹੈ। ਫਿਰ ਇੱਥੇ ਫਾਬੀ ਨਾਮ ਹੈ ਫਵਣ ਦਾ, ਬਰ ਨਾਮ ਸ੍ਰੇਸ਼ਟ ਦਾ, ਆਬੀ ਨਾਮ ਹੈ ਤਰਾਵਟ ਕਹਿ ਲੋ, ਨਮੀ ਕਹਿ ਲੋ, ਜਿੱਥੇ ਤਰਾਈ ਤਰ ਧਰਤੀ ਹੁੰਦੀ ਹੈ, ਇੱਕ ਕਠੋਰ ਧਰਤੀ ਹੁੰਦੀ ਹੈ, ਇੱਕ ਤਰ ਵਾਲੀ ਹੈ। ਕਿ ਜਿਹੜੀ ਭਾਈ ਸ੍ਰੀ ਅੰਮ੍ਰਿਤਸਰ ਹੈ, ਇਹ ਧਰਤੀ ਸਦਾ ਹੀ ਅੰਮ੍ਰਿਤਸਰ ਸ਼ਹਿਰ ਤਰਾਵਟ ਵਿੱਚ ਫਬਿਆ ਹੈ, ਅੰਮ੍ਰਿਤਸਰ ਦੀ ਧਰਤੀ ਫਬੀ ਰਹਿੰਦੀ ਹੈ। ਦਾਬੀ ਰਹੇ ਧਰ ਧੂਰ ਕਨੀਕੇ। ਇਉਂ ਮਹਿਮਾ ਕਰਦੇ ਨੇ ਕਿ ਜਿੱਥੇ ਹੁਣ ਸਲਾਬੀ ਧਰਤੀ ਹੋ ਉੱਥੋਂ ਧੂੜ ਨਹੀਂ ਉੱਡਦੀ ਹੈ। ਇਸ ਕਰਕੇ ਭਾਈ ਸ੍ਰੀ ਅੰਮ੍ਰਿਤਸਰ ਸਾਹਿਬ ਐਸਾ ਜਿੱਥੇ ਸਾਰੀ ਧਰਤੀ ਦੀ ਧੂੜ ਕਿਣ ਕੇ ਦੱਬੇ ਰਹਿੰਦੇ ਨੇ, ਭਾਵ ਉੱਡ ਕੇ ਕਿਸੇ ਦਾ ਤਨ ਵੀ ਮੈਲਾ ਨਹੀਂ ਕਰਦੇ। ਰਾਵੀ ਬਹਿ ਦਗਰੈ ਬਗਰੈ, ਰਾਵੀ ਬਹਿ ਦਗਰੈ ਬਗਰੈ। ਦਗਰ ਨਾਮ ਹੈ ਛੋਟੇ ਰਸਤੇ ਗਲੀਆਂ, ਬਗਰ ਨਾਮ ਬਗਰੈ ਘਰਾਂ ਵਿੱਚ। ਕਿ ਜਾਣੋ ਜਿਹੜੀ ਰਾਵੀ ਨਦੀ ਹੈ ਉਹ ਸ਼ਹਿਰ ਦੀਆਂ ਗਲੀਆਂ ਔਰ ਘਰਾਂ ਦੇ ਵਿੱਚ ਡਗਰ ਹੈ, ਸਗਰ ਹੈ, ਨਗਰ ਹੈ, ਦਰ ਨੀਕੇ। ਡਗਰੇ ਕਹੀਏ ਜਿੰਨੀਆਂ ਵੱਡੀਆਂ ਸੜਕਾਂ ਨੇ, ਰਸਤੇ ਹੈ, ਤੇ ਜਿੰਨੇ ਵੀ ਹਨ ਨਗਰ ਹੈ, ਦਰ ਨੀਕੇ, ਦਰ ਦਰਵਾਜੇ। ਗਿਆਨੀ ਜੀ ਕਹਿੰਦੇ ਭਾਈ ਜਿੰਨੀਆਂ ਵੀ ਸ਼ਹਿਰ ਦੀਆਂ ਇਹ ਗਲੀਆਂ, ਘਰਾਂ, ਸੜਕਾਂ ਦੇ ਵਿੱਚ ਜਿੰਨੇ ਨਹਿਰ, ਸੂਏ, ਕੱਸੀਆਂ, ਖਾਲ ਹਨ, ਉਹਨਾਂ ਦੇ ਵਿੱਚ ਰਾਵੀ ਵਗਦੀ ਹੈ। ਪਹਿਲਾਂ ਕਿਉਂਕਿ ਜਿਹੜਾ ਲੁਧਿਆਣੇ ਅੰਮ੍ਰਿਤਸਰ ਸਾਹਿਬ ਦਾ ਹੈ ਉਹ ਰਾਵੀ ਨਾਲ ਦੀ ਲੰਘਦੀ ਸੀ। ਸ਼ਹਿਰ ਦੇ ਦਰਵਾਜ਼ੇ ਵੀ ਦਰ ਨੀਕੇ ਬਹੁਤ ਹੀ ਸੁੰਦਰ ਹਨ। ਚਾਰ ਪਵਿੱਤਰ ਬਚਿੱਤਰ ਸੋ ਚਿਤਰਤ। ਫਿਰ ਕਵੀ ਜੀ ਕਹਿੰਦੇ ਭਾਈ ਇਹ ਸ਼ਹਿਰ ਜਿਹੜਾ ਹੈ ਸਾਰਾ ਬਹੁਤ ਹੀ ਸੁੰਦਰ, ਇਹ ਸ਼ਹਿਰ ਦੇ ਪਵਿੱਤਰ ਔਰ ਬਹੁਤ ਹੀ ਰੰਗ ਬਰੰਗੇ ਚਿੱਤਰਕਾਰੀ ਵਾਲੇ ਜੋ ਮਕਾਨ, ਮੰਦਰ ਸ਼ਾਮ ਪੁਰੰਦਰ ਜੀ ਕੇ। ਇਹ ਜਾਣੋ ਕਿ ਪੁਰੰਦਰ ਨਾਮ ਹੈ ਦੇਵਤਿਆਂ ਦਾ ਰਾਜਾ ਜੋ ਇੰਦਰ ਹੈ, ਭਾਵ ਦੇਵਤਿਆਂ ਦੇ ਰਾਜੇ ਇੰਦਰ ਦੇ ਵੀ ਮੰਦਰਾਂ ਤੋਂ ਸੋਹਣੇ ਹਨ ਇੱਥੋਂ ਦੇ ਘਰ, ਜਾਂ ਉਸ ਵਾਂਗੂ ਬਹੁਤ ਉੱਤਮ ਬਣੇ ਹੋਏ ਹਨ।
ਦੇਵਨ ਸੇ ਨਰ ਨਾਰ ਸਭੈ ਸੁਠ। ਜਿੰਨੇ ਵੀ ਦੇ ਸੁਠ ਨਾਮ ਹੈ ਸੁੰਦਰ ਦਾ। ਦੇਵਨ ਸੇ ਨਰ ਨਾਰ, ਇਥੋਂ ਦੇ ਜਿਹੜੇ ਪੁਰਸ਼ ਤੇ ਇਸਤਰੀ ਹਨ ਉਹ ਸਾਰੇ ਦੇਵਤਿਆਂ ਵਾਂਗੂ ਬਹੁਤ ਹੀ ਸੁੰਦਰ ਹਨ। ਰੂਪ ਫਵੈ ਸਮ ਮੈਨ ਰਤੀ ਕੇ। ਰਤੀ ਨਾਮ ਹੈ ਕਾਮਦੇਵ ਦੀ ਇਸਤਰੀ ਨੂੰ ਰਤੀ ਕਿਹਾ। ਮੈਨ ਨਾਮ ਹੈ ਕਾਮਦੇਵ ਦਾ, ਮੈਨ ਰਤੀ ਕੇ। ਕਹਿੰਦੇ ਇਸ ਤਰ੍ਹਾਂ ਦੇ ਇਸਤਰੀ ਪੁਰਸ਼ ਨੇ ਭਾਈ, ਬਹੁਤ ਸੁੰਦਰ ਹੈ ਤੇ ਇੰਨੇ ਸੁੰਦਰ ਰੂਪ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਦੇ ਕਿ ਕਾਮਦੇਵ ਔਰ ਉਹਦੀ ਜਿਹੜੀ ਘਰ ਵਾਲੀ ਉਹਦੀ ਇਸਤਰੀ ਰਤੀ ਹੈ ਉਹਦੇ ਵਾਂਗੂ ਫੱਬਦੇ ਹਨ। ਸਵਈਆ ਹਾਟਕ ਸੋ ਭਰ ਹਾਟ ਰਹੀ। ਪਹਿਲਾਂ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਕੀਤੀ, ਫਿਰ ਅੰਮ੍ਰਿਤਸਰ ਸਾਹਿਬ ਦੇ ਘਰਾਂ ਦੀ ਮਹਿਮਾ ਔਰ ਅੰਮ੍ਰਿਤਸਰ ਸਾਹਿਬ ਵਿੱਚ ਵਸਣ ਵਾਲੇ ਲੋਕਾਂ ਦੀ। ਹੁਣ ਉੱਥੋਂ ਦੇ ਬਾਜ਼ਾਰਾਂ ਦੀ ਮਹਿਮਾ ਕਰਦੇ ਆ। ਆਪਣੇ ਗੁਰੂ ਦੀ ਨਗਰੀ ਦੀ ਵੀ ਇਤਨੀ ਮਹਿਮਾ ਹੈ। ਹਾਟਕ ਸੋ ਭਰ ਹਾਟ ਰਹੀ। ਹਾਟਕ ਨਾਮ ਹੈ ਸੋਨੇ ਦਾ, 100 ਕਹੀਏ ਨਾਲ, ਹਾਟ ਨਾਮ ਅੱਗੇ ਦੁਕਾਨਾਂ ਦਾ ਕਿ ਜੋ ਅੰਮ੍ਰਿਤਸਰ ਸਾਹਿਬ ਦੀਆਂ ਦੁਕਾਨਾਂ ਨੇ ਉਹ ਵੀ ਸੋਨੇ ਨਾਲ ਭਰੀਆਂ ਹੋਈਆਂ ਹਨ। ਕਬ ਘਾਟ ਨਾ ਹੋਵਤ ਠਾਟ ਮਨੀ ਕੇ। ਮਨੀ ਕੇ ਦਾ ਭਾਵ ਇੱਥੇ ਹੈ ਮਣੀਆਂ, ਜਿਵੇਂ ਪੰਨੇ ਐ, ਹੀਰੇ ਨੇ, ਸਬਜ਼ੇ ਐ, ਰਤਨ ਜਵਾਹਰਾਤ ਨੇ। ਇਹ ਇਤਿਹਾਦਕ ਜਿਨ੍ਹਾਂ ਦੇ ਵਿੱਚ ਐਸੀਆਂ ਦੁਕਾਨਾਂ ਸੋਨੇ ਦੀਆਂ ਭਰੀਆਂ ਜਿਨ੍ਹਾਂ ਵਿੱਚ ਮਣੀਆਂ ਆਦਿਕ ਦਾ ਵੀ ਸਮਾਨ ਜੋ ਇਤਨਾ ਪਿਆ ਹੈ ਕਿ ਕਦੇ ਉਹਨਾਂ ਵਿੱਚ ਘਾਟਾ ਨਹੀਂ ਆਉਂਦਾ ਹੈ। ਲੋਗ ਮਹਾਜਨ ਭੂਰ ਧਨੀ ਸਭ। ਮਹਾਜਨ ਕਹੀਏ ਸ਼ਾਹੂਕਾਰ ਸੇਠ। ਇਥੋਂ ਦੇ ਜਿਹੜੇ ਲੋਕ ਨੇ ਉਹ ਸ਼ਾਹੂਕਾਰਾਂ ਵਾਂਗੂ ਬੇਅੰਤ ਧਨੀ ਹਨ। ਲੋਕ ਮਹਾਜਨ ਭੂਰ ਧਨੀ ਸਭ, ਸਾਰੇ ਹੀ ਭਾਈ ਪੂਰੇ ਧਨਵਾਨ ਨੇ। ਛਾਜਤ ਸਾਮ ਧਨੇਸ਼ ਧਨੀ ਕੇ। ਧਨੇਸ਼ ਨਾਮ ਹੈ ਕੁਬੇਰ ਦਾ, ਧਨ ਈਸ਼ਵਰ ਧਨੇਸ਼। ਇਹ ਕੁਬੇਰ ਨੂੰ ਮੰਨਿਆ ਦੇਵਤਿਆਂ ਦਾ ਖਜ਼ਾਨਚੀ ਹੈ। ਜਿੰਨੀ ਦੇ ਦੇਵਤਿਆਂ ਦੀ ਸਮੱਗਰੀ ਪੂੰਜੀ ਹੈ ਉਹ ਸਾਰੀ ਕੁਬੇਰ ਦੇ ਹੱਥ ਵਿੱਚ ਹੈ। ਇਸ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਉਪਮਾ ਕਰਦੇ ਇੱਥੋਂ ਦੇ ਜਿਹੜੇ ਲੋਕ ਹੈ ਦੁਕਾਨਦਾਰ ਸ਼ਾਹੂਕਾਰ ਵਾਂਗੂ ਹੈ, ਬਹੁਤ ਧਨੀ ਹੈ ਔਰ ਆਪਣੀ ਦੁਕਾਨਾਂ ਵਿੱਚ ਬੈਠੇ ਇਉਂ ਫੱਬਦੇ ਹੈ ਜਿਵੇਂ ਦੇਵਤਿਆਂ ਦਾ ਜਿਹੜਾ ਖਜ਼ਾਨਚੀ ਹੈ ਧਨੇਸ਼ ਕੁਬੇਰ ਉਹ ਫੱਬਦਾ ਹੈ। ਪੁਰ ਰਮਨ ਦਾਰਦ ਗਮ ਜਹਾਂ। ਰਮ ਨਾਮ ਹੈ ਸੁੰਦਰ ਦਾ, ਦਾਰਦ ਨਾਮ ਹੈ ਗਰੀਬੀ ਦਾ, ਗਮ ਨਾਮ ਚਿੰਤਾ ਫਿਕਰ ਦਾ ਹੈ। ਇਹ ਅੰਮ੍ਰਿਤਸਰ ਸਾਹਿਬ ਇਤਨਾ ਸੁੰਦਰ ਸ਼ਹਿਰ ਹੈ, ਇੱਥੇ ਗਰੀਬੀ ਦਾ ਵੀ ਕੋਈ ਫਿਕਰ ਗਮ ਨਹੀਂ ਹੈ। ਭਾਵ ਸਾਰਿਆਂ ਤੇ ਮਹਾਰਾਜ ਦੀ ਕਿਰਪਾ ਹੈ। ਸੋ ਧਰਮ ਤੁਰੀਨ ਸਭੈ ਜਨ ਨੀਕੇ। ਫਿਰ ਇੱਥੋਂ ਦੇ ਜਿਹੜੇ ਕਾਰੋਬਾਰ ਇਤਨਾ ਸਾਰਿਆਂ ਨੂੰ ਰੁਜ਼ਗਾਰ ਮਿਲਦਾ। ਸ਼ਹਿਰ ਦੇ ਜਿੰਨੇ ਲੋਕ ਹਨ ਉਹ ਬਹੁਤ ਹੀ ਚੰਗੇ ਸੁਭਾਅ ਵਾਲੇ ਐ। ਸੋ ਧਰਮ ਤੁਰੀਨ ਸਭੈ ਜਨ ਨੀਕੇ। ਧਰਮ ਤੁਰੀਨ ਕਹੀਏ ਧਰਮ ਦੇ ਕੰਮਾਂ ਵਿੱਚ ਵੀ ਸਭ ਤੋਂ ਮੁਖੀ ਹਨ ਔਰ ਬਹੁਤ ਚੰਗੇ ਸੁਭਾਅ ਵਾਲੇ, ਚੰਗੇ ਸੁਭਾਅ ਦੇ ਮਾਲਕ ਨੇ। ਕਹਿ ਕੌਣ ਸਕੈ ਉਪਮਾ ਗੁਰ ਕੇ ਪੁਰ ਕੀ। ਇਸ ਕਰਕੇ ਗੁਰੂ ਦੀ ਜਿਹੜੀ ਇਹ ਨਗਰੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਪੁਰੀ ਹੈ, ਇਹਦੀ ਇੰਨੀ ਉਪਮਾ ਹੈ ਕਿ ਕੌਣ ਕੋਈ ਆਪਣੀ ਜ਼ੁਬਾਨ ਨਾਲ ਕਹਿ ਸਕਦਾ ਹੈ। ਕਿੰਨੀ ਕੁ ਕੋਈ ਉਪਮਾ ਮੇਰੇ ਵਰਗਾ ਕਹਿੰਦੇ ਕਵੀ ਕਹਿ ਸਕਦਾ ਹੈ। ਜੈ ਹੈ ਜਾਹਰ ਕੁੰਡ ਅਮੀ ਕੇ। ਜਿੱਥੇ ਭਾਈ ਐਸਾ ਜ਼ਾਹਰ ਪ੍ਰਤੱਖ ਰੂਪ ਦੇ ਵਿੱਚ ਹੀ ਮਹਾਰਾਜ ਨੇ ਅੰਮ੍ਰਿਤ ਦਾ ਕੁੰਡ ਸਰੋਵਰ ਬਣਾ ਦਿੱਤਾ ਹੋਵੇ, ਜਿੱਥੇ ਸੰਗਤਾਂ ਅੰਮ੍ਰਿਤ ਦੇ ਵਿੱਚ ਹੀ ਇਸ਼ਨਾਨ ਕਰਦੀਆਂ ਔਰ ਅੰਮ੍ਰਿਤ ਪੀ ਕੇ ਆਪਣਾ ਜਨਮ ਸਫਲਾ ਕਰਦੀਆਂ। ਇੱਥੇ ਤੱਕ ਗੁਰੂ ਮਹਾਰਾਜ ਦੀ ਇਸ ਪਾਵਨ ਨਗਰੀ ਦੀ ਉਪਮਾ ਕੀਤੀ ਕਿ ਜਿਹੜੀ ਗੁਰੂ ਦੀ ਪੁਰੀ ਹੈ
ਇਹ ਤਿੰਨ ਸਵਈਆਂ ਦੇ ਵਿੱਚ ਉਪਮਾ ਕਰਦੇ ਨੇ ਕਿ ਅੰਮ੍ਰਿਤਸਰ ਸਾਹਿਬ ਦੀ ਇਤਨੀ ਸੁੰਦਰਤਾ, ਸੁੱਖ, ਸੰਪਤੀ, ਆਬਾਦੀ, ਵਪਾਰ ਸਭ ਕੁਝ ਦੱਸਿਆ। ਉਸਤਤ ਰੂਪੀ ਮੰਗਲ ਕੀਤਾ ਗੁਰੂ ਦੀ ਨਗਰੀ ਦਾ। ਔਰ ਇਹ ਵੀ ਜਾਣੋ ਕਿ ਐਸੇ ਪਹਿਲੇ ਸਿੱਖ ਕਵੀ ਹੋ ਸਕਦੇ ਆ ਗਿਆਨੀ ਗਿਆਨ ਸਿੰਘ ਜੀ, ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਦੀ ਇਤਨੀ ਮਹਿਮਾ ਆਪਣੇ ਕਾਵਿਕ ਗ੍ਰੰਥ ਦੇ ਵਿੱਚ ਮੰਗਲਾਂ ਦੇ ਰੂਪ ਵਿੱਚ ਕੀਤੀ ਹੈ। ਅੰਮ੍ਰਿਤਸਰ ਸਾਹਿਬ, ਔਰ ਇਹ ਦੱਸਦੇ ਹਨ ਗਿਆਨੀ ਜੀ ਕਿ ਮਹਾਨ ਪੰਜਾਬ ਦੇਸ਼ ਦੀ ਧਰਤੀ ਤੇ ਮੱਧ ਦੇ ਵਿੱਚ ਇਹ ਭਾਈ ਗੁਰੂ ਕੀ ਨਗਰੀ ਹੈ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਇਸ ਨਗਰੀ ਨੂੰ ਵਸਾਇਆ। ਔਰ ਇਹ ਅੰਮ੍ਰਿਤਸਰ ਸਾਹਿਬ ਬਹੁਤ ਵੱਡਾ ਉਸ ਸਮੇਂ ਦਾ ਵਪਾਰਕ ਕੇਂਦਰ ਵੀ ਬਣਿਆ। ਇੱਥੇ ਹੋਰ ਬੜੇ ਜਿੰਨੇ ਦਸਤਕਾਰੀ ਕੀ, ਮਸ਼ੀਨਰੀ ਕੀ, ਵਸਤਰ ਕੱਪੜਾ ਕੀ, ਬਹੁਤ ਜ਼ਿਆਦੇ ਦੂਜੇ ਜਿਹੜੇ ਸੂਬੇ ਪ੍ਰਾਂਤ ਨੇ ਉੱਥੇ ਨੂੰ ਜਾਂਦਾ ਹੈ। ਇਸ ਕਰਕੇ ਗੁਰੂ ਦੀ ਕਿਰਪਾ ਹੈ ਤੇ ਇਹ ਮਹਾਨ ਭਾਈ ਜਗ੍ਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੇ ਬਾਗ ਬਗੀਚੇ ਲਾਏ ਇੱਥੇ। ਇੱਥੋਂ ਦੇ ਲੋਕਾਂ ਨੂੰ ਬੜਾ ਸ਼ੌਂਕ। ਇਹ ਜਿਹੜਾ ਸ਼ਹਿਰ ਹੈ ਫੁੱਲਾਂ ਦੀ ਮਹਿਕ ਨਾਲ ਸੁਗੰਧਿਤ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਯਾਦ ਦੇ ਵਿੱਚ ਰਾਮ ਬਾਗ ਉਹ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ, 12 ਦਰੀ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਤੇ ਬਣਾਇਆ ਗੋਬਿੰਦਗੜ੍ਹ ਕਿਲਾ, ਜੋ ਕਿ ਸਾਰੇ ਸ਼ਹਿਰ ਨੂੰ ਚਾਰ ਚੰਨ ਲਾਉਂਦਾ, ਸੋਭਾ ਵਧਾਉਂਦਾ ਹੈ। ਔਰ ਇੱਥੇ ਜਲਿਆਂਵਾਲਾ ਬਾਗ ਹੈ। ਹੋਰ ਬੜੀਆਂ ਵੇਖਣਯੋਗ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ। ਸ਼ਹਿਰ ਦੇ ਵਿੱਚ ਹੋਰ ਬੇਅੰਤ ਕੁਛ ਹੈ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰਾਂ ਨੇ ਇਸ ਧਰਤੀ ਨੂੰ ਗੁਰਮੁਖੋਂ ਭਾਗ ਲਾਏ, ਵਪਾਰ ਵਧਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ 52 ਤਰ੍ਹਾਂ ਦੇ ਕਾਰੋਬਾਰੀ ਲੋਕਾਂ ਨੂੰ ਲਿਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਿਠਾਇਆ ਤੇ ਬਚਨ ਹਨ ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬਧੋ ਪੁਰਖ ਵਿਧਾਤੈ ਤਾ ਤੂੰ ਸੋਹਿਆ। ਹੁਣ ਇਹ ਅੰਮ੍ਰਿਤਸਰ ਦੀ ਮਹਿਮਾ ਕਰਕੇ ਜਿਸ ਸਰੋਵਰ ਦੇ ਨਾਂ ਤੇ ਸ਼ਹਿਰ ਦਾ ਨਾਂ ਹੈ, ਉਹ ਗੁਰੂ ਦੇ ਸਰਵਰ ਦੀ, ਅੰਮ੍ਰਿਤ ਸਰੋਵਰ ਦੀ ਮਹਿਮਾ ਦਾ ਮੰਗਲ ਕਰਦੇ ਹਨ। ਸਵਈਆ ਅਤ ਅੰਬ ਅਪਾਰ ਅਮੀ ਅਨੁਹਾਰ। ਅੰਬ ਨਾਮ ਹੈ ਜਲ ਦਾ, ਅਮੀ ਨਾਮ ਹੈ ਅੰਮ੍ਰਿਤ ਦਾ। ਜੋ ਭਾਈ ਅੰਮ੍ਰਿਤ ਸਰੋਵਰ ਹੈ ਦੇ ਵਿੱਚ ਅੰਮ੍ਰਿਤ ਦੇ ਸਮਾਨ ਬੇਅੰਤ ਜਲ ਹੈ। ਆਲੋਕਨ ਤੈ ਅਗ ਓਗ ਨਸੈ। ਤੇ ਇਸ ਦਾ ਜਿਹੜਾ ਆਲੋਕਨ ਕਹੀਏ ਦਰਸ਼ਨ ਮਾਤਰ ਹੀ। ਜੇ ਕੋਈ ਅੰਮ੍ਰਿਤ ਸਰੋਵਰ ਦਾ ਇਹਦੇ ਦਰਸ਼ਨ ਹੀ ਕਰ ਲੈਂਦਾ ਹੈ ਨਾ, ਦਰਸ਼ਨ ਕਰਨ ਦਾ ਹੀ ਫਲ ਇਤਨਾ ਹੈ, ਸਾਰੇ ਪਾਪ ਜਿਹੜੇ ਹਨ ਉਹ ਦੌੜ ਜਾਂਦੇ ਨੇ। ਜਿਹੇ ਪਾਨ ਕਰੇ ਨਰ ਪਾਵਨ ਹੋਇ। ਤੇ ਜਿਹੜਾ ਭਾਈ ਇਸ ਪਾਵਨ ਅੰਮ੍ਰਿਤ ਸਰੋਵਰ ਦੇ ਜਲ ਅੰਮ੍ਰਿਤ ਨੂੰ ਛਕ ਲੈਂਦਾ ਹੈ, ਉਹ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ। ਸੁਖ ਸੰਪਤ ਧਾਮ ਅਮੋਗ ਤਸੈ। ਤੇ ਫਿਰ ਉਹ ਜਿਹੜੇ ਐਸੇ ਗੁਰਮੁਖ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਸ਼ਰਧਾ ਰੱਖਦੇ ਆ, ਸੁੱਖ ਤੇ ਹੋਰ ਜਿੰਨਾ ਵੀ ਕੋਈ ਸਾਜੋ ਸਮਾਨ ਹੈ ਤਸੈ, ਉਹ ਬਿਨਾਂ ਰੋਕ ਟੋਕ ਤੋਂ ਹੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਭਾਵ ਸਭ ਕੁਝ ਦੀ ਪ੍ਰਾਪਤੀ ਹੁੰਦੀ ਹੈ। ਹਰ ਗਿਆਨ ਸਨਾਨ ਕਰੇ ਉਰਮੈ। ਤੇ ਐਸਾ ਹਰ ਗਿਆਨ ਕਵੀ ਗਿਆਨ ਸਿੰਘ ਜੀ ਕਹਿ ਰਹੇ ਨੇ ਕਿ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਵਰ ਆਤਮ ਗਿਆਨ ਸੰਜੋਗ ਬਸੈ। ਤੇ ਕੀ ਮਿਲਦਾ ਹੈ? ਜੋਗ ਔਰ ਮਹਾਨ ਆਤਮਿਕ ਗਿਆਨ ਇਸ਼ਨਾਨ ਕਰਨ ਵਾਲਿਆਂ ਦੇ ਹਿਰਦੇ ਵਿੱਚ ਬਹੁਤ ਛੇਤੀ ਵਸ ਜਾਂਦਾ ਹੈ। ਅਸ ਸਾਰ ਸਰੋਵਰ ਮਦ ਮਹੋਵਰ। ਤੋ ਐਸਾ ਭਾਈ ਜਿਹੜਾ ਹੈ ਸ੍ਰੇਸ਼ਟ ਅੰਮ੍ਰਿਤ ਸਰੋਵਰ
ਅੰਮ੍ਰਿਤਸਰ ਦੇ ਐਨ ਵਿਚਕਾਰ ਜੋ ਸੁਸ਼ੋਭਿਤ ਹੈ, ਮੰਦਰ ਮੋਖਦ ਭੋਗ ਲਸੈ। ਤੇ ਸਾਰੇ ਸੰਸਾਰ ਨੂੰ ਮੁਕਤੀ, ਭੋਗ ਸੰਸਾਰਕ ਪਦਾਰਥਾਂ ਦਾ ਦਾਤਾ ਇਹ ਪਾਵਨ ਪਵਿੱਤਰ ਗੁਰੂ ਕਾ ਧਾਮ ਸੁਨਹਿਰੀ ਮੰਦਰ ਹਰਮੰਦਰ ਸਾਹਿਬ ਉਸ ਸਰੋਵਰ ਦੇ ਵਿੱਚ ਚਮਕਾ ਮਾਰਦਾ ਹੈ। ਮੰਦਰ ਮੋਖਦ ਭੋਗ ਲਸੈ, ਜਿਹੜਾ ਮੁਕਤੀ ਮੋਕਸ਼ ਤੇ ਭੋਗ ਦਾ, ਮੁਕਤੀ ਤੇ ਸੰਸਾਰੀ ਪਦਾਰਥਾਂ ਦੇ ਦਾਤਾਂ ਜਿੱਥੋਂ ਮਿਲਦੀਆਂ ਉਹ ਹਰੀ ਦਾ ਮੰਦਰ ਲਿਸ਼ਕਦਾ ਹੈ, ਚਮਕਾ ਮਾਰਦਾ। ਇਹ ਸਰੋਵਰ ਦੇ ਵਿੱਚ ਸਵਈਆ ਸੈਲ ਸੈਲ ਸੋ ਸੇਤ ਸਫਾਈ ਸਭੀ। ਫਿਰ ਅੱਗੇ ਕਹਿੰਦੇ ਜਿਹੜੀ ਇਹ ਸਰੋਵਰ ਦੀਆਂ ਪਰਿਕਰਮਾ ਨੇ ਭਾਈ, ਉਹ ਸੰਗਮਰਮਰ ਲੱਗਿਆ ਪੱਥਰ ਦੀਆਂ ਸਾਰੀਆਂ ਜਿੰਨੀਆਂ ਵੀ ਚਿੱਟੀਆਂ ਸਿਲਾ ਹਨ, ਸੁੱਠ ਸੋਹਤ ਸੀਰ ਸੋ ਫੇਮ ਸਮਾਨੇ। ਫੇਨ ਸਮਾਨੇ, ਫੇਨ ਨਾਮ ਹੈ ਝੱਗ ਦਾ। ਤੇ ਇਸ ਤਰ੍ਹਾਂ ਜਿਹੜੀਆਂ ਚਿੱਟੀਆਂ ਸਿਲਾਂ ਨੇ ਸਾਫ਼ ਇਤਨੀਆਂ ਜਿਵੇਂ ਦੁੱਧ ਦੀ ਝੱਗ ਹੁੰਦੀ ਹੈ, ਇਸ ਤਰ੍ਹਾਂ ਸੋਹਣੀਆਂ ਲੱਗਦੀਆਂ ਹਨ, ਬਹੁਤ ਹੀ ਫੱਬਦੀਆਂ ਹਨ। ਵੱਡ ਬੋਝਲ ਬੈ ਬਹੁ ਕੀ ਬਿਪਲੀ। ਬੋਝਲ ਨਾਮ ਹੈ ਭਾਰੀਆਂ ਦਾ, ਬੈ ਕੀ ਬਹੁਤ ਹੀ ਕੀਮਤੀ, ਬਿਪਲੀ ਕਹੀਏ ਸਾਰੀਆਂ, ਕਿ ਇੱਥੇ ਸਾਰੀਆਂ ਹੀ ਜਿੰਨੀਆਂ ਵੀ ਸਿਲਾਂ ਲੱਗੀਆਂ ਨੇ ਨਾ ਪੱਥਰ ਦੀਆਂ, ਉਹ ਬਹੁਤ ਵੱਡੀਆਂ ਤੇ ਬਹੁਤ ਹੀ ਭਾਰੀਆਂ ਔਰ ਬਹੁਤ ਹੀ ਕੀਮਤੀ ਹਨ। ਵਿਦਾ ਵਿਦ ਕੀ ਬਰ ਕੀਨ ਬਨਾਨੇ। ਵਿਦਾ ਨਾਮ ਹੈ ਅਨੇਕਾਂ ਤਰ੍ਹਾਂ ਦੀਆਂ, ਵਿਦ ਕੀ ਵਿਧੀ ਕਰਕੇ ਬਹੁਤ ਹੀ ਸੋਹਣੇ ਢੰਗ ਨਾਲ, ਚੰਗੇ ਢੰਗ ਨਾਲ ਚੀਰ ਚੀਰ ਕੇ, ਅਨੇਕਾਂ ਰੂਪ ਦੇ ਦੇ ਕੇ ਜਿਨ੍ਹਾਂ ਨੂੰ ਬਣਾਇਆ ਔਰ ਸਜਾਇਆ ਲਾਇਆ ਹੈ। ਤਾਲ ਸੋ ਆਲਨ ਬਾਲ ਵਿਸਾਲ। ਜਿਹੜਾ ਭਾਈ ਸਰੋਵਰ ਹੈ ਆਲਨ ਬਾਲ, ਆਲੇ ਦੁਆਲਾ ਜਿਹੜਾ ਹੈ ਉਸ ਦਾ ਸਰੋਵਰ ਦਾ ਜਿਹੜਾ ਚਾਰਾ ਪਾਸਾ ਹੈ ਉਹ ਬਹੁਤ ਸੁੰਦਰ ਹੈ। ਕਮਾਲ ਸੁਪਾਨ ਰਚੀ ਬਹੁ ਥਾਨੇ। ਕਵੀ ਜੀ ਕਹਿੰਦੇ ਭਾਈ ਉਸ ਦੀਆਂ ਫਿਰ ਜਿਹੜੀਆਂ ਪੌੜੀਆਂ ਨੇ ਉਹ ਵੀ ਬਹੁਤ ਬਨਸਬੰਨੀਆਂ, ਬਹੁਤ ਸੁੰਦਰ ਬਣਾਈਆਂ ਹੋਈਆਂ ਹਨ। ਸਿਤ ਸਿਆਮ ਸਿਲਾ ਧਰ ਪਾਤਨ ਪਾਤ। ਤੇ ਜਿਹੜੀਆਂ ਪਰਿਕਰਮਾਂ ਦੀਆਂ ਪੌੜੀਆਂ ਦੇ ਉੱਤੇ ਚਿੱਟੀਆਂ ਕਾਲੀਆਂ ਸਿਤ ਸਿਆਮ ਸਿਲਾ ਸੰਗਮਰਮਰ ਦੀਆਂ ਸਿਲਾਂ ਨੇ, ਉਹ ਕਈ ਤਰੀਕਿਆਂ ਨਾਲ ਭਾਂਤ ਭਾਂਤ ਕੇ ਭਾਵ ਲਾਈਨ ਦੇ ਵਿੱਚ ਸਜਾਈਆਂ। ਸੋ ਭਾਤਨ ਭਾਂਤ ਖਚੀ ਬਿਦ ਨਾਨੇ। ਤਰ੍ਹਾਂ ਤਰ੍ਹਾਂ ਦੇ ਨਾਲ, ਅਨੇਕਾਂ ਢੰਗਾਂ ਦੇ ਨਾਲ ਕਤਾਰਾਂ ਵਿੱਚ ਰੱਖ ਕੇ ਜੜੀਆਂ ਹੋਈਆਂ, ਬਹੁਤ ਸੁੰਦਰ ਲੱਗਦੀਆਂ। ਤੋ ਇੱਥੇ ਦੇਖੋ ਭਾਈ ਗਿਆਨੀ ਗਿਆਨ ਸਿੰਘ ਜੀ ਨੇ ਅੰਮ੍ਰਿਤ ਸਰੋਵਰ ਦੀ ਅੱਗੇ ਮਹਿਮਾ ਕਰ ਦਿੱਤੀ। ਇਹ ਮਹਿਮਾ ਮੰਗਲ ਹੈ ਕਿ ਜਿਹਦੇ ਦਰਸ਼ਨ ਕਰੀਏ ਜਿਹੜੇ ਪਾਪ ਨੇ ਉਹ ਦੌੜ ਜਾਂਦੇ ਆ। ਅੰਮ੍ਰਿਤ ਪਾਨ ਕਰਨਾ, ਇਹ ਅੰਮ੍ਰਿਤ ਸਰੋਵਰ ਦਾ ਚੂਲਾ ਛਕਣ ਵਾਲੇ ਦੀ ਆਤਮਾ ਪਵਿੱਤਰ ਹੋ ਜਾਂਦੀ ਹੈ। ਔਰ ਕੋਈ ਇਸ਼ਨਾਨ ਕਰਦਾ ਹੈ ਵਾਹਿਗੁਰੂ ਨਾਲ ਜੁੜ ਜਾਂਦਾ ਹੈ, ਆਤਮ ਗਿਆਨ ਜਿਹੜਾ ਹੈ ਬੁੱਧੀ ਅੰਦਰ ਸਫੁਰਨ ਹੋ ਜਾਂਦਾ ਹੈ। ਇਸ ਕਰਕੇ ਇਹ ਸਰੋਵਰ ਦੀ ਖੁਦਾਈ ਦੇ ਸਮੇਂ, ਕਿਉਂਕਿ ਵਾਹਿਗੁਰੂ ਜੀ ਨੇ ਆਪ ਆ ਕੇ ਦੇਖੋ ਇਹਦੇ ਵਿੱਚ ਹਿੱਸਾ ਪਾਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਪਰਮੇਸ਼ਰ ਨੇ ਆਪ ਇੱਥੇ ਗੁਰਮੁਖੋ ਸਰੋਵਰ ਦੀ ਸੇਵਾ ਕੀਤੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ। ਇਹ ਸਰੋਵਰ ਜਿਹੜਾ ਸਰੀਰਕ ਸੁੱਖਾਂ ਦਾ ਦਾਤਾ ਤੇ ਸਰੀਰ ਦੇ ਦੁੱਖਾਂ ਦੀ ਨਿਵਰਤੀ ਕਰਨ ਵਾਲੀ, ਉਹ ਦੁੱਖ ਭੰਜਨੀ ਬੇਰ ਵੀ ਸੁਸ਼ੋਭਿਤ ਹੈ। ਬਾਬਾ ਬੁੱਢਾ ਜੀ ਦੀ ਬੇਰ ਹੈ, ਜੋ ਕਿ ਬਾਬਾ ਬੁੱਢਾ ਜੀ ਦੀ ਅਨੰਦ ਸ਼ਰਧਾ ਸੇਵਾ, ਉਹ ਸਾਰੀ ਕਿੰਨੀ ਉਹਨਾਂ ਅੰਦਰ ਸਿੱਖੀ ਹੈ, ਇਸ ਗੱਲ ਦੀ ਨਿਸ਼ਾਨੀ ਇੱਥੇ ਬੈਠ ਕੇ ਸੇਵਾ ਕਰਦੇ ਤੇ ਕਰਾਉਂਦੇ ਰਹੇ। ਔਰ ਗੁਰੂ ਮਹਾਰਾਜ ਦੀ ਛੋਹ ਪ੍ਰਾਪਤ ਕਰ ਚੁੱਕੀਆਂ ਬੇਰੀਆਂ
ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਨ ਵਾਸਤੇ ਜਿਵੇਂ ਲਾਚੀ ਬੇਰੀ ਉਹ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ ਘੋੜੇ ਬੰਨੇ ਯਾਦਗਾਰੀ, ਉਹ ਵੀ ਆਪਣੇ ਸਾਹਮਣੇ ਹੈ। ਔਰ 68 ਘਾਟ 68 ਤੀਰਥਾਂ ਦੀਆਂ ਜਿਹੜੀਆਂ ਆਤਮਾਵਾਂ ਉਹ ਆਪਣੀ ਕਲਿਆਣ ਹਿੱਤ ਇਸ ਪਰਮ ਸਰੋਵਰ ਦੇ ਅੰਮ੍ਰਿਤ ਜਲ ਵਿੱਚ ਘੁਲ ਕੇ ਬੈਠੀਆਂ ਕਿ ਸਾਡੀ ਵੀ ਕਲਿਆਣਤਾ ਹੋ ਜਾਏ। ਔਰ ਇਹ ਸਰੋਵਰ ਦੀ ਮਹਾਨਤਾ ਵਡਿਆਈ ਇਸ ਕਰਕੇ ਗੁਰੂ ਮਹਾਰਾਜ ਨੇ ਆਪਣੇ ਮੁਖੋਂ ਵੀ ਬਚਨ ਕਹੇ, ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ। ਹਰਹਾ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਤੋ ਇਸ ਤਰ੍ਹਾਂ ਸਰੋਵਰ ਦੀਆਂ ਫਿਰ ਪ੍ਰਕਰਮਾਂ ਦੀ ਮਹਿਮਾ ਮੰਗਲ ਕੀਤਾ। ਸੰਗਮਰਮਰ ਦੀਆਂ ਚਿੱਟੀਆਂ ਕਾਲੀਆਂ ਸਿਨਾਂ ਉਹ ਸੈਲ ਜਿੰਨੇ ਪੱਥਰ ਨੇ ਬਹੁਤ ਸੋਹਣੇ ਤਰੀਕੇ ਨਾਲ ਜੜੇ ਹੋਏ ਹਨ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਉਹ ਸਮਾਂ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ 1634 ਬਿਕਰਮੀ ਨੂੰ ਇਹ ਗੁਮਟਾਲਾ ਤੇ ਸੁਲਤਾਨਵਿੰਡ ਇਹ ਪਿੰਡਾਂ ਦੇ ਵਿਚਕਾਰ ਇੱਥੇ ਦੁੱਖ ਭੰਜਣੀ ਬੇਰੀ ਦੇ ਇੱਕ ਛੋਟਾ ਜਿਹਾ ਕੱਚਾ ਪਹਿਲਾਂ ਤਾਲ ਪਟਵਾਇਆ ਸੀ। ਕੁਝ ਸਮਾਂ ਅਧੂਰਾ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਪਿਤਾ ਸਤਿਗੁਰੂ ਦੀ ਆਗਿਆ ਨਾਲ 1643 ਬਿਕਰਮੀ ਨੂੰ ਇਹ ਸਰੋਵਰ ਨੂੰ ਪੱਕਾ ਕਰਨ ਦਾ ਕਾਰਜ ਆਰੰਭਿਆ, ਸੇਵਾ ਆਰੰਭੀ ਤੇ ਨਾਮ ਰੱਖਿਆ ਅੰਮ੍ਰਿਤਸਰ। ਗੁਰਬਾਣੀ ਦੇ ਵਿੱਚ ਰਾਮਦਾਸ ਸਰੋਵਰ ਵੀ ਕਿਹਾ। ਔਰ ਇਹ ਸਰੋਵਰ ਦੀ ਜਿਹੜੀ ਲੰਬਾਈ ਹੈ ਉਹ 500 ਫੁੱਟ ਹੈ ਤੇ ਜਿਹੜੀ ਚੌੜਾਈ ਹੈ ਉਹ 490 ਫੁੱਟ ਹੈ। 17 ਫੁੱਟ ਇਸ ਸਰੋਵਰ ਦੀ ਗੁਰਮੁਖੋ ਡੂੰਘਾਈ ਹੈ। ਇਸ ਸਰੋਵਰ ਦੇ ਵਿੱਚ ਜਿਹੜਾ ਜਲ ਆਉਂਦਾ ਇੱਕ ਹੰਸਲੀ ਹੈ, ਉਹ ਛੋਟੀ ਨਹਿਰ ਹੈ, ਸਮਝੋ ਉਹਦੇ ਰਾਹੀਂ ਆਉਂਦਾ। ਸੰਤ ਪ੍ਰੀਤਮ ਦਾਸ ਤੇ ਸੰਤ ਸੰਤੋਖ ਦਾਸ ਉਦਾਸੀ ਮਹਾਤਮਾ ਹੋਏ ਨੇ। ਉਹਨਾਂ ਨੇ 1838 ਬਿਕਰਮੀ ਸੰਮਤ ਦੇ ਵਿੱਚ ਇਹ ਜਿਹੜੀ ਹੈ 1838 ਦੇ ਵਿੱਚ ਇਹਦੀ ਖੁਦਵਾਈ ਕਰਾਈ। ਪਹਿਲਾਂ ਰਾਵੀ ਤੋਂ ਜਲ ਆਉਂਦਾ ਰਿਹਾ ਤੇ 1923 ਸੰਮਤ ਤੋਂ ਬਿਕਰਮੀ ਸੰਮਤ ਤੋਂ ਫਿਰ ਜਿਹੜੀ ਬਾਰੀ ਦੁਆਬ ਵਾਲੀ ਨਹਿਰ ਹੈ ਉਹਦੇ ਵਿੱਚੋਂ ਲਿਆ ਕੇ ਹੰਸਲੀ ਚ ਰਾਹੀਂ ਪਾਣੀ ਪਾਇਆ ਜਾਂਦਾ ਹੈ। ਐਸਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀ ਮਹਿਮਾ। ਉਸ ਸਰੋਵਰ ਦੇ ਵਿੱਚ ਬਣਿਆ ਹੋਇਆ ਸ੍ਰੀ ਹਰਿਮੰਦਰ ਸਾਹਿਬ ਉਸ ਦਾ ਮੰਗਲ ਕਰਦੇ ਹਨ। ਸਵਈਆ ਚਤੁਰਾਨਨ ਸੇ ਚਤੁਰਾ ਚਿਤਰੈਲਨ। ਚਤੁਰਾਨਨ ਨਾਮ ਹੈ ਬ੍ਰਹਮੇ ਦਾ। ਚਤੁਰ ਚਾਰ, ਆਨਨ ਚਾਰ ਮੂੰਹਾਂ ਵਾਲਾ। ਚਤੁਰੈਲਨ ਚਿੱਤਰਕਾਰਾਂ ਨੇ ਇਹ ਕਹਿੰਦੇ ਹਨ ਗਿਆਨੀ ਗਿਆਨ ਸਿੰਘ ਜੀ ਕਿ ਬ੍ਰਹਮੇ ਵਰਗੇ ਬਹੁਤ ਹੀ ਸਿਆਣੇ ਚਤੁਰ ਚਿੱਤਰਕਾਰਾਂ ਨੇ ਚਿੱਟੇ ਸੰਗਮਰਮਰ ਦੀਆਂ ਕੰਧਾਂ ਦੇ ਉੱਪਰ ਚਿੱਤਰਤ ਕੀਨ ਬਚਿੱਤਰ ਬਣਾਏ। ਬਹੁਤ ਹੀ ਬਚਿੱਤਰ ਅਦਭੁਤ ਅਨੇਕਾਂ ਤਰ੍ਹਾਂ ਦੀ ਸਵਾਰ ਕੇ ਚਿੱਤਰਕਾਰੀ ਕੀਤੀ। ਸੋਚ ਚੀਰ ਮਨੀਨ ਕਨੀ ਸੋ ਕਨੀ। ਭਾਵ ਇੱਥੇ ਹੈ ਕਿ ਜਿਵੇਂ ਕੁਝ ਕਰਨ ਵਾਲਾ ਜਿਹੜਾ ਨਾ ਪੈਦਾ ਕਰਨ ਵਾਲਾ ਉਹਨੂੰ ਬ੍ਰਹਮਾ ਲਿਖਿਆ ਕਿ ਉਹ ਸੰਗਤ ਰੂਪ ਬ੍ਰਹਮਾ ਹੋ ਕੇ ਕਿੰਨੇ ਸੇਵਾਦਾਰ ਸਾਰੇ ਬ੍ਰਹਮਾ ਰੂਪ ਹੋ ਕੇ ਇਹਦੀ ਚਿੱਤਰਕਾਰੀ ਕੀਤੀ। ਸੋਚ ਚੀਰ ਮਨੀਨ ਕਨੀ ਸੋ ਕਨੀ। ਫਿਰ ਭਾਈ ਇਹਦੀਆਂ ਜਿਹੜੀਆਂ ਜੜਤ ਕਲਾ ਹੈ ਸ੍ਰੀ ਹਰਿਮੰਦਰ ਸਾਹਿਬ ਦੀ, ਸੁੱਚੀਆਂ ਮਣੀਆਂ ਨੂੰ ਚੀਰ ਕੇ ਉਹਨਾਂ ਦੀਆਂ ਜੋ ਕਣੀਆਂ ਹਨ ਮੁਕਤਾ ਵਰ ਨੀਲਮ ਹੀਰ ਖਚਾਏ ਤੇ ਅਨੇਕਾਂ ਤਰ੍ਹਾਂ ਦੀਆਂ ਇਹ ਸ੍ਰੇਸ਼ਟ ਚੰਗੇ ਮੋਤੀ ਨੀਲਮ ਔਰ ਹੀਰੇ ਇਹਦੇ ਵਿੱਚ ਜੜਤ ਕੀਤੇ ਹਨ। ਕਿਤ ਕੀਨ ਬਨੀ ਸਗਨੀ ਬਰਬਾਗ ਤੇ ਕਿਧਰੇ ਭਾਈ ਬਹੁਤ ਹੀ ਸੰਘਣੀਆਂ ਬਗੀਚੀਆਂ ਬਣਾਈਆਂ, ਸ੍ਰੇਸ਼ਟ ਬਾਗ ਬਣਾਏ ਹੋਏ ਹਨ। ਮਹੀਰ ਲਤਾ ਫਲ ਫੂਲ ਫਵਾਏ ਜਿਨ੍ਹਾਂ ਦੇ ਵਿੱਚ ਦਰਖਤ ਵੇਲਾਂ ਫਲ ਤੇ ਫੁੱਲ ਇਹ ਚਿੱਤਰਕਾਰੀ
ਕਰਕੇ ਫਵਾਏ ਹਨ, ਸੋਹਣੇ ਲੱਗਦੇ ਨੇ। ਰਚ ਜਾਤ ਅਨੇਕਨ ਕੇਰ ਬਿਹੰਗ, ਅਨੇਕਾਂ ਕਿਸਮਾਂ ਦੇ ਬੜੇ ਅਨੋਖੇ ਸੋਹਣੇ ਸੋਹਣੇ ਪੰਛੀ ਬਣਾਏ। ਬ੍ਰਿਛਨ ਲੱਛਨ ਲੱਛ ਥਿਰਾਏ, ਤੇ ਸੋਹਣੇ ਦਰਖਤ ਬਣਾ ਕੇ ਉਹਨਾਂ ਦੇ ਉੱਤੇ ਪੰਛੀ ਬਿਠਾਏ ਹੋਏ ਹਨ। ਐਸੀ ਸੋਹਣੀ ਚਿੱਤਰਕਾਰੀ ਹੈ। ਧਰ ਧਿਆਨ ਰਹੇ ਸਵਈਆ, ਧਰ ਧਿਆਨ ਰਹੇ ਮਨ ਬੈਠ ਕਿਤੇ। ਫਿਰ ਅੱਗੇ ਕਹਿੰਦੇ ਨੇ ਜਿਹੜੀ ਚਿੱਤਰਕਾਰੀ ਹੈ, ਦੇਖੋ ਇਹਦੇ ਵਿੱਚ ਕਿਤੇ ਮੁਨੀ ਜਨ ਧਿਆਨ ਲਾ ਕੇ ਬੈਠੇ ਹਨ। ਕਿਤ ਸਿੰਘ ਸ਼ਿਕਾਰ ਕਰੈ ਮ੍ਰਿਗਾਂ ਕੇ, ਕਿਤੇ ਚਿੱਤਰਕਾਰੀ ਵਿੱਚ ਸ਼ੇਰ ਮਿਰਗਾਂ ਦਾ ਸ਼ਿਕਾਰ ਕਰਦੇ ਹਨ। ਕਿਤ ਕੁੰਜਰ ਕੇ ਹਰ ਜੰਗ ਕਰੈ, ਕਿਤੇ ਹਾਥੀ ਔਰ ਸ਼ੇਰ ਜੰਗ ਕਰ ਰਹੇ ਹਨ। ਕਿਤ ਏਣ ਭਗੈ ਤਰ ਓਟ ਤਕਾ ਕੇ, ਕਿਤੇ ਹਰਨ ਦਰਖਤਾਂ ਦੀ ਓਟ ਤਕਾ ਕੇ ਸ਼ੇਰਾਂ ਤੋਂ ਭੱਜਦੇ ਹੋਏ ਨੱਸ ਰਹੇ ਹਨ। ਕਿਤ ਭੌਰ ਗੁੰਜਾਰ ਅਪਾਰ ਕਰੈ, ਕਿਤੇ ਭਾਈ ਭੌਰੇ ਕਮਲ ਦੇ ਫੁੱਲਾਂ ਉੱਤੇ ਗੁੰਜਾਰਾਂ ਪਾਉਂਦੇ ਹਨ। ਕਿਤ ਸਾਰਸ ਹੰਸ ਚਕੋਰ ਚਲਾ ਕੇ, ਔਰ ਕਿਤੇ ਜਿਹੜੇ ਸਾਰਸ, ਇਹ ਹੈ ਸਾਰਸ ਕੋਈ ਪੰਛੀਆਂ ਦੇ ਜੋੜੇ ਨੂੰ ਕਹਿੰਦੇ ਆ, ਹੰਸ ਔਰ ਬਹੁਤ ਹੀ ਚਲਾਕ ਜਿਹੜੇ ਚਕੋਰ ਨੇ, ਇਹ ਬਣਾਏ ਹੋਏ ਹਨ। ਕਿਤ ਦਾਖ ਅੰਗੂਰ ਸਵੱਛ ਕੇ ਗੁਰੁੱਛ, ਕਿਤੇ ਭਾਈ ਇਹ ਜਾਣੋ ਦਾਖ ਅੰਗੂਰ ਸਵੱਛ ਕੇ ਗੁਰੁੱਛ, ਕਿਤੇ ਬਹੁਤ ਹੀ ਚੰਗੇ ਚੰਗੇ ਕਿਸਮਾਂ ਦੇ, ਭਾਵ ਵੱਡੇ ਕੀ ਛੋਟੇ ਕੀ ਅੰਗੂਰਾਂ ਦੇ ਸਾਫ਼ ਸੁਥਰੇ ਗੁੱਛੇ ਬਣਾਏ, ਬੇਲ ਬੂਟੀਆਂ ਬਣਾਈਆਂ। ਬੇਲੱਛ ਪਰਤੱਛ ਧਰੇ ਸੋ ਰਚਾ ਕੇ, ਔਰ ਬਹੁਤ ਹੀ ਸੋਹਣੇ ਤਰੀਕੇ ਨਾਲ ਗੁਰੂ ਸਾਹਿਬ ਦੇ ਸਮੇਂ ਇਹ ਬੇਲਾਂ ਨਾਲ ਲਟਕਾਏ ਜਾਂ ਪਲੇਟਾਂ ਵਿੱਚ ਪਾ ਪਾ ਕੇ ਰੱਖੇ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਹੋਏ ਹਰ ਕੋਈ ਪ੍ਰੇਮੀ ਹੈ, ਉਹਦੇ ਮਨ ਤੇ ਇੱਥੋਂ ਦਾ ਜਿਹੜਾ ਹੈ ਪ੍ਰਭਾਵ ਹਰਿਮੰਦਰ ਸਾਹਿਬ ਦਾ ਉਹ ਬੇਅੰਤ ਪੈਂਦਾ। ਐਸੀ ਮਹਿਮਾ ਹਰਿਮੰਦਰ ਸਾਹਿਬ ਦੀ ਕੀਤੀ। ਇਹ ਸੋਹਣੇ ਸੁੰਦਰ ਰੰਗ ਦੇ, ਅੱਡ ਅੱਡ ਰੰਗਾਂ ਦੇ, ਦੇਸੀ ਕੀ ਵਿਦੇਸ਼ੀ ਕੀ, ਇਹਦੇ ਵਿੱਚ ਜਿਹੜੇ ਪੱਥਰ ਲਾਏ ਹਨ, ਚੰਗੇ ਚੰਗੇ ਵੱਖ-ਵੱਖ ਰੰਗ ਨੇ। ਕਿਤੇ ਖੱਟੂ ਪੀਲੇ ਰੰਗ ਦਾ, ਕਿਤੇ ਲਾਜਵਰਦ ਨੀਲੇ ਰੰਗ ਦਾ, ਕਿਤੇ ਕਾਲਾ ਅਲਵਰ ਪੱਥਰ ਹੈ, ਸੰਗ ਪਸ਼ਮ ਹੈ, ਸੰਗ ਜੀਸ਼ਮ ਹੈ, ਸੰਗ ਜਰਾਹ ਹੈ, ਅਵਰ ਪੱਥਰ ਹੈ, ਸਿਪ ਹੈ, ਹਕੀਕ ਹੈ, ਜ਼ਹਿਰ ਮੋਹਰਾ, ਬਲੌਰੀ ਹੈ, ਫਿਰੋਜ਼ਾ ਹੈ, ਰਤਕ, ਇਸ ਤਰ੍ਹਾਂ ਦੇ। ਔਰ ਇਹ ਜਿਹੜਾ ਹੈ ਹਰਿਮੰਦਰ ਸਾਹਿਬ ਦੇ ਮਹਾਰਾਜ ਦੇ ਦਰ ਤੇ ਫਰਸ਼ ਦੇ ਉੱਤੇ ਵੀ ਔਰ ਕੰਧਾਂ ਦੇ ਉੱਤੇ ਵੀ ਬਹੁਤ ਸੋਹਣੀ ਜਿਹੜੀ ਹੈ ਚਿੱਤਰਕਾਰੀ ਵੀ ਕੀਤੀ ਹੋਈ ਹੈ। ਕਿਤੇ ਕੋਈ ਸਾਧੂ ਨਾਮ ਜਪਦਾ, ਕਿਤੇ ਫਲ ਫੁੱਲ ਪੰਛੀ ਦਰਖਤ ਨੇ। ਔਰ ਭਾਈ ਸਾਹਿਬ ਗਿਆਨੀ ਗਿਆਨ ਸਿੰਘ ਜੀ ਨੇ ਐਸੀ ਜਿਹੜੀ ਹੈ ਹਰਿਮੰਦਰ ਸਾਹਿਬ ਦੀ ਉਪਮਾ ਕੀਤੀ ਹੈ। ਇਹ ਇਮਾਰਤਾਂ ਪੁਰਾਤਨ ਸਮੇਂ ਦੀ ਕਲਾਕਾਰੀ ਦਾ ਵੀ ਜਿਹੜੀਆਂ ਹਨ, ਜੋ ਗੁਰੂ ਮਹਾਰਾਜ ਨੇ ਹੋਰ ਵੀ ਬਣਾਈਆਂ, ਬੇਅੰਤ ਐਸੀ ਕਲਾਕਾਰੀ ਗੁਰੂ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜਿਹੜੇ ਪੁਰਾਤਨ ਹਨ। ਇਹ ਹਰਿਮੰਦਰ ਸਾਹਿਬ ਦੀ ਐਸੀ ਸੁੰਦਰਤਾ ਦਾ ਅੱਗੇ ਹੋਰ ਮੰਗਲ ਕਰਦਿਆਂ ਸਵਈਆ ਉਚਾਰਦੇ ਨੇ। ਸਵਈਆ ਬਾਰ ਫਾਟਕ ਹਾਟਕ ਥਾਟ ਜਰੇ। ਫਿਰ ਹੁਣ ਦੱਸਦੇ ਨੇ ਕਿ ਜਿਹੜਾ ਹਰਿਮੰਦਰ ਹੈ ਭਾਈ, ਉਸ ਹਰਿਮੰਦਰ ਸਾਹਿਬ ਦੇ ਜਿਹੜੇ ਦਰਵਾਜ਼ੇ ਹੈ ਉਹ ਬਹੁਤ ਹੀ ਸੋਹਣੇ ਸੁੰਦਰ ਸੋਨੇ ਦੇ ਤਖਤੇ ਬਣਾ ਕੇ ਜੜੇ ਹੋਏ ਹਨ। ਜਰ ਠਾਟ ਚੌਕਾਠ ਦੀਵਾਰ ਸੁਬਾਰੀ, ਤੇ ਉਹਨਾਂ ਦੇ ਵਿੱਚ ਬਾਰੀਆਂ ਤੇ ਜਿਹੜੀਆਂ ਕੰਧਾਂ ਹਨ ਉਹਦੀਆਂ ਚੁਗਾਠਾਂ, ਕੰਧਾਂ ਦੇ ਵਿੱਚ ਬਾਰੀਆਂ ਲੱਗੀਆਂ ਉਹ ਸੋਨੇ ਦੀਆਂ ਬਣੀਆਂ ਹੋਈਆਂ ਹਨ। ਗੁੰਮਜ ਗੋਲ ਅਮੋਲ ਲਸੈ। ਫਿਰ ਛੱਤਾਂ ਦੇ ਉੱਪਰ ਵੱਡਾ ਗੁੰਮ ਹੈ, ਛੋਟੇ ਗੁੰਮ ਨੇ, ਗੁੰਬਦ ਜਿਹੜੇ ਗੋਲ ਹਨ ਉਹ ਬਹੁਤ ਜ਼ਿਆਦਾ ਲਸ਼ੈ ਚਮਕਦੇ ਹਨ। ਕਿੰਗਰੇ ਛੱਜ ਛਾਤ ਸੁਹੇਮ ਅਟਾਰੀ। ਔਰ ਸੋਨੇ ਦੀਆਂ ਛੱਤਾਂ ਅਟਾਰੀ, ਉਹਨਾਂ ਦੇ ਉੱਤੇ ਕਿੰਗਰੇ ਬਹੁਤ ਸੋਹਣੇ
ਜਿਹੜੇ ਹਨ ਉਹ ਸ਼ਬਦ ਫਬ ਰਹੇ ਹਨ, ਭਾਵ ਬਹੁਤ ਹੀ ਚੰਗੇ ਲੱਗਦੇ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਐਸਾ ਇਹ ਦਰਬਾਰ, ਪੁਲ ਪੈ ਚਲਵਾਰ ਭਵੈ ਭਵ ਪਾਰ। ਐਸੇ ਹਰਿਮੰਦਰ ਸਾਹਿਬ ਦੇ ਵਿੱਚ ਜਾਣ ਵਾਸਤੇ ਮਹਾਰਾਜ ਨੇ ਪੁਲ ਬਣਾਇਆ ਸਰੋਵਰ ਦੇ ਵਿੱਚ, ਤੇ ਉਹ ਪੁਲ ਦੇ ਉੱਤੇ ਕੋਈ ਚੱਲ ਪੈਂਦਾ ਨਾ, ਕਵੀ ਜੀ ਕਹਿੰਦੇ ਜਿਹੜਾ ਤੁਰ ਕੇ ਲੰਘ ਜਾਂਦਾ ਜਾਣੋ ਸੰਸਾਰ ਸਮੁੰਦਰ ਤੋਂ ਹੀ ਪਾਰ ਹੋ ਜਾਂਦਾ ਹੈ, ਮੁਕਤ ਹੋ ਜਾਂਦਾ ਹੈ। ਦੁਆਰ ਲਖੈ ਨਾ ਪਿਖੈ ਜਮ ਦੁਆਰੀ। ਤੇ ਜਿਹੜਾ ਭਾਈ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਦੇ ਦਰਸ਼ਨ ਕਰ ਲਏ ਜੀ ਨੇ, ਉਹਨੂੰ ਮੁੜ ਕੇ ਜਮਾਂ ਦਾ ਦਰਵਾਜ਼ਾ ਨਹੀਂ ਵੇਖਣਾ ਪੈਂਦਾ, ਨਰਕਾਂ 'ਚ ਨਹੀਂ ਜਾਂਦਾ ਹੈ। ਜੁਗ ਤੁੰਗ ਨਿਸ਼ਾਨ ਕਹੈ ਜਨ ਜੋ। ਅੱਗੇ ਕਹਿੰਦੇ ਹਨ ਜਿਹੜੇ ਝੰਡੇ ਬੁੰਗੇ ਪਾਸੇ ਖੜੇ ਕੀਤੇ ਨਿਸ਼ਾਨ ਸਾਹਿਬ, ਉਹ ਜਾਣੋ ਗੁਰਮੁਖੋ ਇਹ ਗੱਲ ਕਹਿ ਰਹੇ ਹਨ, ਗੁਰ ਨੈ ਧਾਰਤੈ ਅਗ ਅੰਸ਼ ਉਪਾਰੀ। ਇਹ ਗੁਰੂ ਸਾਹਿਬ ਜੀ ਨੇ ਆ ਸਾਰੀ ਜਿੰਨੀ ਸ੍ਰਿਸ਼ਟੀ ਧਰਤੀ ਹੈ, ਇੱਥੋਂ ਪਾਪਾਂ ਦੀ ਜੜ ਸਦਾ ਵਾਸਤੇ ਹੀ ਪੁੱਟ ਦਿੱਤੀ ਹੈ। ਸਵਈਆ। ਅੱਗੇ ਹੁਣ ਉਸ ਦਰਬਾਰ ਦੇ ਹਰਿਮੰਦਰ ਸਾਹਿਬ ਦੀ ਬਾਹਰੀ ਉਪਮਾ ਕਰਕੇ ਬਾਹਰਲਾ ਨਕਸ਼ਾ ਖਿੱਚ ਕੇ ਹੁਣ ਉਹਦੇ ਅੰਦਰ ਦੀ ਦਰਬਾਰ ਸਾਹਿਬ ਦੇ ਉਪਮਾ ਕਰਦੇ ਹਨ। ਅਤ ਸੁੰਦਰ ਮੰਦਰ ਅੰਦਰ ਤੈ। ਭਾਈ ਜੋ ਸ੍ਰੀ ਹਰਿਮੰਦਰ ਸਾਹਿਬ ਹੈ, ਇਹ ਕੋਈ ਆਮ ਇਮਾਰਤਾਂ ਨਹੀਂ। ਕਈ ਵਾਰ ਆਪਾਂ ਸ਼ਬਦ ਤਾਂ ਵਰਤਦੇ ਹਾਂ ਇਮਾਰਤ, ਪਰ ਆਮ ਇਮਾਰਤ ਨਹੀਂ ਹੈ। ਇਹ ਰੱਬੀ ਇਮਾਰਤ ਹੈ, ਸੱਚਖੰਡ ਹੈ। ਇਮਾਰਤ ਤਾਂ ਚਲੋ ਸ਼ਬਦ ਵਰਤ ਲਿਆ, ਪਰ ਇਹਨੂੰ ਆਮ ਇਮਾਰਤਾਂ ਵੱਲ ਨਹੀਂ ਜਾਣਾ। ਹਰਿਮੰਦਰ ਸਾਹਿਬ ਦਾ ਅੰਦਰਲਾ ਪਾਸਾ ਵੀ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਬਹੁਤ ਹੀ ਸੁੰਦਰ ਹੈ। ਸੁੱਚ ਕੁੰਦਨ ਸੰਗ ਜਟੇ ਨਗ ਵਾਕੇ। ਜਿਹਦੇ ਹਰਿਮੰਦਰ ਸਾਹਿਬ ਦੇ ਅੰਦਰ ਸ਼ੁੱਧ ਸੋਨੇ ਦੇ ਨਗ ਜੜੇ ਹੋਏ ਹਨ। ਕਰ ਕੀਮਤ ਕੌਣ ਸਕੈ ਜਰ ਕੀ ਨਰ। ਤੇ ਐਸਾ ਜਿਹੜਾ ਸੋਨਾ ਲੱਗਿਆ, ਉਹਦੀ ਭਾਈ ਆਮ ਮਨੁੱਖ ਕੋਈ ਕੀ ਕੀਮਤ ਪਾ ਸਕਦਾ ਹੈ। ਪੇਖ ਜਿਸੈ ਵਿਦ ਕੀ ਬੁੱਧ ਥਾਕੇ। ਉਹ ਸੋਨੇ ਦੀ ਕੀਮਤ ਦਾ ਕੋਈ ਅਨੁਮਾਨ ਵੀ ਲਾਉਣ ਲੱਗੇ ਬੁੱਧੀ ਨਾਲ, ਤਾਂ ਜੇ ਬ੍ਰਹਮਾ ਵੀ ਲਾਉਣ ਲੱਗੇ, ਕਹਿੰਦੇ ਬ੍ਰਹਮੇ ਦੀ ਵੀ ਬੁੱਧੀ ਥੱਕ ਜਾਵੇਗੀ। ਜਿਹੇ ਹੇਰ ਕੁਬੇਰ ਲਜੈ ਅਤਸ਼ੈ। ਇਸ ਤਰ੍ਹਾਂ ਇਹਦੀ ਅੰਦਰ ਦੀ ਜਿਹੜੀ ਅਮੋਲਕਤਾ ਹੈ, ਇਤਨਾ ਕੀਮਤੀ ਸੋਨਾ ਲਾਤਾ। ਹੋਰ ਉਪਮਾ ਕਰਦਿਆਂ ਹੋਇਆਂ ਭਾਵ ਅੰਦਰਲੀ ਦਿੱਖ ਇਤਨੀ ਸੁੰਦਰ ਹੈ ਕਿ ਇਹਨੂੰ ਦੇਖ ਕੇ ਦੇਵਤਿਆਂ ਦਾ ਖਜ਼ਾਨਚੀ ਵੀ ਸ਼ਰਮਿੰਦਾ ਹੋ ਰਿਹਾ ਹੈ ਕਿ ਮੇਰੇ ਕੋਲ ਵੀ ਇਤਨਾ ਵੱਡਾ ਖਜ਼ਾਨਾ ਨਹੀਂ ਹੈ। ਭਿਖ ਮੌਨ ਭਜੈ ਮਗਵਾ ਸ਼ਰਮਾ ਕੇ। ਤੇ ਇਹਦੇ ਸੋਨੇ ਦੀ ਕੀਮਤ ਔਰ ਸੁੰਦਰਤਾ ਵੇਖ ਕੇ ਇੰਦਰ ਨੂੰ ਵੀ ਸ਼ਰਮ ਆ ਜਾਂਦੀ ਹੈ। ਉਹ ਵੀ ਚੁੱਪ ਕਰਕੇ ਪਾਸੇ ਹੋ ਜਾਂਦਾ ਹੈ। ਭਾਵ ਵੀ ਮੂੰਹ ਚੁੰਗਲਾਂ ਲਾ ਕੇ ਵੇਖਦਾ ਹੈ। ਜਨ ਕਾਮ ਕਰੀ ਗਰ ਕਾਮ ਮਣੀ ਗਹਿ। ਤੇ ਇਹਦੇ ਦਰਸ਼ਨ ਕਰਕੇ ਭਾਈ ਗਿਆਨੀ ਗਿਆਨ ਸਿੰਘ ਜੀ ਕਹਿੰਦੇ, ਮਾਨੋ ਜਿਹੜਾ ਕਾਮਦੇਵ ਕਾਰੀਗਰ ਹੈ, ਉਸ ਨੇ ਚਿੰਤਾਮਣੀ ਨੂੰ ਫਕੜ ਕਰਕੇ ਫੜ ਕੇ ਕਾਮਦ ਕਾਮ ਕਰਿਓ ਮਨ ਲਾ ਕੇ। ਤੇ ਇਥੇ ਕਾਮਨਾ ਦੇਣ ਵਾਲਾ ਪੂਰਾ ਕੰਮ ਮਨ ਲਾ ਕੇ ਕੀਤਾ। ਇਹ ਹਰਿਮੰਦਰ ਸਾਹਿਬ ਦੇ ਬਾਹਰ ਲੱਗੇ ਹੋਏ ਸੋਨੇ ਦੀ ਔਰ ਗੁੰਮਦਾਂ ਦੀ, ਮਣੀਆਂ ਦੀ, ਅਟਾਰੀ ਦੀ, ਛੋਟੇ ਗੁੰਮਦਾਂ ਦੀ ਜੰਗਲੇ ਬਣੇ ਹੋਏ ਐ, ਸਾਰਿਆਂ ਦੀ ਉਪਮਾ ਕਰਦੇ ਆ। ਇਸ ਤਰ੍ਹਾਂ ਇਹ ਗੁਰਮੁਖੋ ਸੋਨੇ ਦੇ ਵਰਕਾਂ ਦੀਆਂ 6-6 ਤਹਿਾਂ ਚੜਾਈਆਂ ਹੋਈਆਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਿੱਤਰ ਵੀ ਇਸ ਸੋਨੇ ਦੇ ਚਿੱਤਰਕਾਰੀ ਵਿੱਚ ਬਣੇ ਹੋਏ ਆ ਤੇ ਸੰਮਤ ਵੀ ਲਿਖੇ ਹੋਏ ਹਨ। ਇਤਨਾ ਕੀਮਤੀ ਸੋਨਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਹਰਿਮੰਦਰ ਸਾਹਿਬ ਬਣਾਇਆ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਇਹਦੇ ਉੱਤੇ ਹੋਰ ਚੰਗਾ ਸੋਨਾ ਲੱਗਿਆ ਔਰ ਆਪਣੀ ਭਾਵਨਾ ਜਿਹੜੀ ਹੈ ਪ੍ਰਗਟ ਕੀਤੀ। ਕਵੀ ਜੀ ਨੇ ਇਸ ਜਿਹੜੀ ਕਲਾ ਹੈ ਗੁਰੂ ਦੇ ਹਰਿਮੰਦਰ ਦੀ, ਉਹਦੀ ਉਪਮਾ ਕੀਤੀ। ਨਾਲ ਮੰਗਲ ਕਰਦੇ ਆਪਣੀ ਭਾਵਨਾ ਕਹਿ ਰਹੇ ਹਨ। ਸਵਈਆ
ਭਗਤੀ ਹਰ ਨਾਮ ਸਰੂਪ ਕਿਦੋ। ਔਰ ਇਹ ਗੱਲ ਕਹਿ ਕੇ ਵੀ ਭਾਈ ਕੋਈ ਇਹ ਨਾ ਕਹੇ ਕੱਲਾ ਸੋਨਾ ਹੀ ਲੱਗਿਆ। ਇਹ ਹਰਿਮੰਦਰ ਸਾਹਿਬ ਵਾਹਿਗੁਰੂ ਪਰਮੇਸ਼ਰ ਦੀ ਕਿਤੇ ਭਗਤੀ ਦਾ ਪ੍ਰਗਟਾਵਾ ਕਰਦਾ ਹੈ। ਜਗਤੀ ਭਰ ਰੂਪ ਕੇ ਊਪ ਠਿਕਾਨੋ। ਔਰ ਨਾਲ ਹੀ ਇੱਥੇ ਮੋਹ ਦਾ ਵੀ ਤਿਆਗ ਹੁੰਦਾ ਤੇ ਇੱਥੋਂ ਦੀ ਧਰਤੀ ਦੀ ਵੀ ਕਿਸਮਤ ਜਿਹੜੀ ਹੈ ਵਾਹਿਗੁਰੂ ਦੇ ਨਾਮ ਦਾ ਇਹ ਸਰੂਪ ਹੈ। ਪਰਮੇਸ਼ਰ ਦੀ ਭਗਤੀ ਹੈ। ਸਾਰੇ ਜਗਤ ਦੀ ਸੁੰਦਰਤਾ ਔਰ ਰੱਬੀ ਉਸ ਦਾ ਇਹ ਸਾਣ ਜਾਣੋ ਕਿ ਘਰ ਹੈ, ਕੋਈ ਇਹ ਆਮ ਨਾ ਮਾਰਤ ਜਾਣੋ। ਜਗਤੀ ਭਰ ਰੂਪ ਕੇ ਊਪ ਠਿਕਾਨੋ। ਇਹ ਤਾਂ ਰੱਬ ਦੀ ਭਗਤੀ ਦਾ ਘਰ ਹੈ। ਜਹ ਰਾਗਨ ਰੂਪ ਅਨੁਰਾਗ ਕਿਦੋਂ। ਫਿਰ ਕਹਿੰਦੇ ਇਉਂ ਜਾਣੋ ਕਿ ਸੰਗੀਤ ਦਾ ਰੂਪ ਹੈ। ਇੱਥੇ ਮਹਾਨ ਇਲਾਹੀ ਪ੍ਰੇਮ ਹੈ। ਸੋ ਬਿਰਾਗ ਕੇ ਭਾਗ ਧਰਾ ਬਿਗਸਾਨੋ। ਫਿਰ ਕਹਿੰਦੇ ਬਰਾਗ ਹੈ ਇੱਥੇ ਔਰ ਮੋਹ ਦਾ ਤਿਆਗ ਹੈ। ਧਰਤੀ ਜਿਹੜੀ ਉਹ ਭਾਗਾਂ ਵਾਲੀ ਹੈ। ਗਿਰ ਕੈ ਤੋਹੇ ਨਾਚਲ ਮੇਰ ਉਭੈ। ਫਿਰ ਗਿਰ ਨਾਮ ਹੈ ਪਹਾੜ ਦਾ। ਸਮਝੋ ਹਿਮਾਲਾ ਪਹਾੜ ਔਰ ਸਮੇਰ ਪਰਬਤ ਜਿਹੜੇ ਹਨ ਉਹ ਦੋਨੋਂ ਹੀ ਇਕੱਠੇ ਹੋ ਕੇ ਮਿਲ ਸਿੰਧ ਸੁਧਾ ਸਰ ਤੈ ਪ੍ਰਗਟਾਨੋ। ਇਹ ਅੰਮ੍ਰਿਤ ਸਰੋਵਰ ਰੂਪ ਦੇ ਵਿੱਚ ਸਮੁੰਦਰ ਵਿੱਚੋਂ ਬਾਹਰ ਨਿਕਲੇ ਹੋਏ ਨੇ। ਇਹ ਜਾਣੋ ਭਈ ਕਿ ਜਿਵੇਂ ਕੋਈ ਸਮੁੰਦਰ ਦੇ ਵਿੱਚੋਂ ਕੋਈ ਬਾਹਰ ਪ੍ਰਗਟ ਹੋ ਗਿਆ, ਇਸ ਤਰ੍ਹਾਂ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤ ਸਰੋਵਰ ਦੇ ਵਿੱਚ ਪ੍ਰਗਟ ਹੋ ਰਿਹਾ ਹੈ। ਕਿਤ ਭੋਗ ਭੰਡਾਰ ਕੇ ਮੋਖ ਅਗਾਰ। ਉਪਮਾ ਕਰਦਿਆਂ ਕਹਿੰਦੇ ਸੰਸਾਰ ਦੇ ਪਦਾਰਥਾਂ ਦਾ ਖਜ਼ਾਨਾ ਕੀ ਮੁਕਤੀ ਦਾ ਘਰ ਹੈ। ਭਾਵ ਸੰਸਾਰ ਦੇ ਪਦਾਰਥ ਵੀ ਮਿਲਦੇ ਆ, ਇੱਥੋਂ ਮੁਕਤੀ ਦੀ ਵੀ ਪ੍ਰਾਪਤੀ ਹੁੰਦੀ ਹੈ। ਕਿ ਕਾਮ ਤਰੂ ਕੇ ਗੁਰੂ ਅਸਥਾਨੋ। ਇਹ ਕਾਮਨਾ ਪੂਰੀਆਂ ਕਰਨ ਵਾਲਾ ਜਿਹੜਾ ਕਲਪ ਬਿਰਸ਼ ਵੀ ਇੱਥੇ ਹੀ ਹੈ ਤੇ ਗੁਰੂ ਦਾ ਸਥਾਨ ਇਹ ਹਰਿਮੰਦਰ ਸਾਹਿਬ ਸਭ ਤੋਂ ਮਹਾਨ ਹੈ। ਸਵਈਆ ਨਰ ਨਾਰ ਨਖਤ ਭਜੈ ਦਿਨ ਰੈਨ। ਤੇ ਉਸ ਹਰਿਮੰਦਰ ਸਾਹਿਬ ਦੇ ਵਿੱਚ ਜਾਣ ਵਾਲੇ ਮਾਈ ਭਾਈ ਦੀ ਵੀ ਉਪਮਾ ਕਰਦੇ ਆ। ਇਹ ਐਵੇਂ ਤਾਂ ਕੋਈ ਜਾ ਨਹੀਂ ਸਕਦਾ, ਭਾਗਾਂ ਵਾਲਾ ਉੱਥੇ ਜਾਂਦਾ। ਜਿਹੜੇ ਵੀ ਕੋਈ ਮਾਈ ਭਾਈ ਉਹ ਭਾਈ ਭਜੈ ਦਿਨ ਰਹਿਣ। ਦਿਨ ਤੇ ਰਾਤ ਜਿਵੇਂ ਤਾਰਿਆਂ ਦੇ ਵਾਂਗੂ ਇੱਥੇ ਸੋਭਾ ਪਾਉਂਦੇ ਸੇਵਾ ਕਰਦੇ। ਸੋ ਮੈਨ ਰਤੀ ਧਰ ਕੈ ਤਨ ਮਾਨੋ। ਤੇ ਜਾਣ ਵਾਲੇ ਮਾਈ ਭਾਈ ਦਾ ਸਰੀਰ ਜਿਹੜਾ ਇਉਂ ਜਾਣੋ ਕਿ ਕਾਮ ਤੇ ਰਤੀ ਜਿਹੜੇ ਪੁਰਸ਼ ਨੇ ਉਹ ਕਾਮ ਦੇ ਵਰਗੇ ਆ ਤੇ ਇਸਤਰੀਆਂ ਰਤੀ ਵਰਗੀਆਂ। ਇਤਨੇ ਸੁੰਦਰ ਭਾਵ ਸਰੂਪ ਵਾਲੇ ਤਾਰਿਆਂ ਵਾਂਗੂ ਦਿਨ ਰਾਤ ਸੇਵਾ ਕਰਦੇ ਹਨ। ਮਨ ਮਾਲ ਮਰਾਲ ਵਿਸਾਲ ਥਿਰੇ। ਫਿਰ ਇੱਥੇ ਭਾਈ ਮਨ ਮਾਲ ਮਰਾਲ ਨਾਮ ਹੈ ਹੰਸ ਦਾ। ਹੰਸ ਰੂਪੀ ਗੁਰਮੁਖ ਸੰਤਾਂ ਦੀਆਂ ਵਿਸਾਲ ਥਿਰੇ ਬਹੁਤ ਹੀ ਮੰਡਲੀਆਂ ਸਰੋਵਰ ਦੇ ਕਿਨਾਰੇ। ਨਿਗਮਾ ਗਮ ਬਾਚਤ ਨੀਤ ਪੁਰਾਨੋ। ਬੈਠ ਕੇ ਜਾਣੋ ਜਿਵੇਂ ਕੋਈ ਜਿਹੜੇ ਚੰਗੇ ਪੁਰਾਤਨ ਸਮਿਆਂ ਦੇ ਸਾਧੂ ਵੇਦ ਸ਼ਾਸਤਰ ਪੜ੍ਹਦੇ ਸੀ, ਇਸ ਤਰ੍ਹਾਂ ਜਿਹੜੇ ਭਾਈ ਸਿੱਖ ਸੰਗਤਾਂ ਜਾਂਦੀਆਂ ਹੰਸ ਵਰਗੇ ਸੰਤ ਸਰੂਪ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਕਾ ਇਤਿਹਾਸ ਬੈਠ ਕੇ ਪੜ੍ਹਦੇ ਤੇ ਵਿਚਾਰਦੇ ਹਨ। ਹਮ 14 ਭਵਨਨ ਮੈਂ ਕਤ ਹੂੰ। ਐਸਾ ਸ੍ਰੀ ਹਰਿਮੰਦਰ ਸਾਹਿਬ ਜੋ ਹੈ ਇਹ ਐਸਾ ਕਿ ਸਾਰੇ ਬ੍ਰਹਿਮੰਡਾਂ ਦੇ ਵਿੱਚ 14 ਹੀ ਭਵਨਾਂ ਵਿੱਚ ਕਿਤੇ ਵੀ ਸੁਨਿਓ ਨਾ ਪਿਖਿਓ ਬਾਰੇ ਐਸ ਠਿਕਾਨੋ। ਐਸਾ ਸੋਹਣਾ ਸੁੰਦਰ ਸਥਾਨ ਟਿਕਾਣਾ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨਾ ਕਿਤੇ ਸੁਣਿਆ ਤੇ ਨਾ ਗੁਰਮੁਖੋ ਕਦੇ ਵੇਖਿਆ ਹੈ। ਗੁਰ ਰੂਪ ਮਨੋ ਕਰਤਾਰ ਸਹੀ। ਇਹ ਤਾਂ ਮਾਨੋ ਕਰਤਾਰ ਅਕਾਲ ਪੁਰਖ ਨੇ ਆਪਣਾ ਗੁਰੂ ਸਰੂਪ ਧਾਰ ਕਰਕੇ ਨਿਜ ਲੋਕ ਜਹੀ ਸੋ ਧਰਾ ਪਾਰਿਆਨੋ। ਕਿ ਆਪਣਾ ਜਿਹੜਾ ਨਿਜ ਲੋਕ ਹੈ ਸੱਚਖੰਡ ਹੈ ਪ੍ਰਮਾਤਮਾ ਨੇ ਉਹ ਮਾਤ ਲੋਕ ਤੇ ਲਿਆ ਕੇ ਬਣਾ ਦਿੱਤਾ। ਇਤਨੀ ਮਹਿਮਾ
ਸ੍ਰੀ ਹਰਮੰਦਰ ਸਾਹਿਬ ਦੀ ਡਿਠੇ ਸਭੇ ਥਾਵ ਨਹੀਂ ਤੁਧ ਜਿਹਾ। ਇਹ ਗਰੀਬ ਨਵਾਜ ਪਾਤਸ਼ਾਹ ਦੀ ਹਰਮੰਦਰ ਬੈਕੁੰਠ ਕੋ ਤੋਲਿਓ ਨਾ ਹਰ ਹਰ ਦਾਸ। ਗੌਰਾ ਸੋ ਧਰਨੀ ਰਹਿਓ ਹੌਰਾ ਚੜਿਓ ਆਕਾਸ਼। ਇਹ ਬੈਕੁੰਠ ਧਾਮ ਹੈ। ਕਹਿੰਦੇ ਦੋ ਬੈਕੁੰਠ ਬਣ ਗਏ। ਜਿਹੜਾ ਬੈਕੁੰਠ ਹੌਲਾ ਸੀ ਉਹ ਤਾਂ ਆਕਾਸ਼ਾਂ ਚਲਿਆ ਗਿਆ, ਤੇ ਜਿਹੜਾ ਬੈਕੁੰਠ ਭਾਰਾ ਸੀ, ਭਾਰਾਪਨ, ਉਹ ਭਾਈ ਧਰਤੀ ਤੇ ਹਰਮੰਦਰ ਸਾਹਿਬ ਦੇ ਰੂਪ ਦੇ ਵਿੱਚ ਆ ਕੇ ਟਿਕ ਗਿਆ। ਇਹ ਸ੍ਰੀ ਹਰਮੰਦਰ ਸਾਹਿਬ ਗਰੀਬ ਨਵਾਜ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ 1 ਮਾਘ 1649 ਬਿਕਰਮੀ ਸੰਮਤ ਨੂੰ ਇਸ ਸਥਾਨ ਦਾ ਨੀਂਹ ਪੱਥਰ ਜਿਹੜਾ ਹੈ ਉਹ ਰੱਖਿਆ ਹੈ। ਮਨੌਤ ਇਹ ਵੀ ਹੈ ਕਿ ਸਾਈਂ ਮੀਆਂ ਮੀਰ ਤੋਂ ਰਖਵਾਇਆ। ਸ੍ਰੀ ਹਰਮੰਦਰ ਸਾਹਿਬ ਦੀ ਗੁਰਮੁਖੋ ਜਿਹੜੀ ਆਲੇ ਦੁਆਲੇ ਪਰਿਕਰਮਾ ਹੈ, ਜਦੋਂ ਆਪਾਂ ਜਾਵੜੇ ਤੇ ਉਹ ਜਿਹੜੀ ਪਰਿਕਰਮਾ ਹੈ, ਜਦੋਂ ਪੁਲ ਤੋਂ ਜਾਂਦੇ ਆ ਨਾ, ਮੁੱਖ ਜਿਹੜੀ ਡਿਉੜੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੈ, ਉੱਥੋਂ ਹਰਮੰਦਰ ਸਾਹਿਬ ਦੇ ਤੱਕ 240 ਫੁੱਟ ਲੰਮਾਈ ਆ ਉਸ ਪੁਲ ਦੀ, ਤੇ ਉਹ ਜਿਹੜਾ ਪੁਲ 21 ਫੁੱਟ ਚੌੜਾ ਹੈ। ਇਸ ਫਿਰ ਉਹਦੇ ਵਿੱਚ ਜਿਹੜੀਆਂ 38 ਸੁਰਗਦੁਆਰੀਆਂ ਨੇ ਬਣੀਆਂ ਹੋਈਆਂ ਪੁਲ ਦੇ ਹੇਠਾਂ। ਸ੍ਰੀ ਹਰਮੰਦਰ ਸਾਹਿਬ ਐਸਾ ਸਥਾਨ ਕਿ ਇਹਦੀ ਆਲੇ ਦੁਆਲੇ ਦੀ ਜਿਹੜੀ ਪਰਿਕਰਮਾ ਉਹ 13 ਫੁੱਟ ਚੌੜੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹ ਸ੍ਰੀ ਹਰਮੰਦਰ ਸਾਹਿਬ ਸਮਾਂ ਆਇਆ ਕਿ ਇਸ ਨੂੰ ਤਬਾਹ ਕਰਨ ਦੀ ਢਾਉਣ ਦੀਆਂ ਬੇਅੰਤ ਕੋਸ਼ਿਸ਼ਾਂ ਹੋਈਆਂ। ਸ੍ਰੀ ਹਰਮੰਦਰ ਸਾਹਿਬ 1661 ਬਿਕਰਮੀ ਭਾਦਰੋਂ ਸੁਦੀ ਏਕਮ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਗ੍ਰੰਥੀ ਬਣੇ। ਇੱਥੇ ਵਿਸਾਖੀ ਔਰ ਦੀਪਮਾਲਾ, ਬਾਬਾ ਬੁੱਢਾ ਜੀ ਨੇ ਦੀਪਮਾਲਾ 6ਵੇਂ ਪਾਤਸ਼ਾਹ ਮਹਾਰਾਜ ਜਦੋਂ ਗਵਾਲੀਅਰ ਤੋਂ ਆਏ ਉਸ ਸਮੇਂ ਬੰਦੀ ਛੋੜ ਦੇ ਰੂਪ ਵਿੱਚ ਮਨਾਇਆ। ਉਹ ਸਮਾਂ ਵੀ ਆਇਆ। ਇਤਿਹਾਸ ਆਪਾਂ ਭਾਈ ਰਤਨ ਸਿੰਘ ਜੀ ਭੰਗੂਵਾਲਾ ਸੁਣਿਆ ਪੜ੍ਹਿਆ। 1818 ਦੇ ਵਿੱਚ ਅਹਿਮਦ ਸ਼ਾਹ ਨੇ ਬਰੂਦ ਦੇ ਨਾਲ ਹਰਮੰਦਰ ਸਾਹਿਬ ਨੂੰ ਉਡਾਤਾ, ਤਾਲ ਪ੍ਰਵਾਹ ਦਿੱਤਾ ਸੀ। ਫਿਰ ਖਾਲਸੇ ਨੇ 11 ਵਿਸਾਖ 1821 ਬਿਕਰਮੀ ਸੰਮਤ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਹੱਥੋਂ ਫਿਰ ਖਾਲਸੇ ਪੰਥ ਨੇ ਨਿਉ ਰਖਾਈ, ਤੇ ਉਸ ਸਮੇਂ ਭਾਈ ਦੇਸ ਰਾਜ ਉਹਨੇ ਮੁੱਖ ਰੂਪ ਵਿੱਚ ਹੋ ਕੇ ਸੇਵਾ ਕੀਤੀ, ਹਰਮੰਦਰ ਸਾਹਿਬ ਬਣਾਇਆ। ਮਹਾਰਾਜਾ ਰਣਜੀਤ ਸਿੰਘ ਜੀ ਨੇ 1800 ਜੋ ਲਗਭਗ 60 ਦੇ ਕਰੀਬ 58-59 ਦੇ ਇੱਥੇ ਇਸ ਸ਼ਹਿਰ ਨੇ ਆਪਣੇ ਅਧੀਨ ਕਰਕੇ ਸੰਗਮਰਮਰ ਦੇ ਉੱਤੇ ਸਾਰਾ ਸੋਨੇ ਦੇ ਨਾਲ ਸਜਾਇਆ। ਬਾਅਦ ਵਿੱਚ ਮਹਾਰਾਜਾ ਖੜਗ ਸਿੰਘ ਨੇ, ਮਹਾਰਾਜਾ ਸ਼ੇਰ ਸਿੰਘ ਨੇ ਵੀ ਸੋਨੇ ਦੀ ਸੇਵਾ ਕਰਵਾਈ ਜੋ ਹੁਣ ਤੱਕ ਹੋ ਰਹੀ ਹੈ। ਐਸੀ ਗੁਰੂ ਕੇ ਸਥਾਨਾਂ ਦੀ, ਗੁਰੂ ਕੇ ਦਰਬਾਰ ਦੀ ਉਪਮਾ ਕਰਕੇ ਸਵਈਆ ਹੁਣ ਦੱਸਦੇ ਹਨ ਕਿ ਇਸ ਹਰਮੰਦਰ ਦੀ, ਅੰਮ੍ਰਿਤਸਰ ਦੀ ਇਹ ਮਹਿਮਾ ਜੋ ਕਰਤੀ ਉਸ ਸਥਾਨ ਤੇ। ਤਾਸ ਸੁਦਾਸਰ ਸ਼ਹਿਰ ਮੈਂ, ਇਸ ਭਾਈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਨਿਰਮਲ ਪੰਥ ਸੋ ਸਾਧ ਮਹਾਨੀ। ਕਹਿੰਦੇ ਇੱਕ ਨਿਰਮਲ ਪੰਥ ਦੇ, ਖਾਲਸਾ ਪੰਥ ਦੀ ਇੱਕ ਉੱਤਮ ਇਹ ਨਿਰਮਲ ਸੰਪਰਦਾ ਹੈ। ਉਸ ਨਿਰਮਲ ਸੰਪਰਦਾ ਦਾ ਜੋ ਸਾਧੂ ਹੈ, ਜੋ ਭਾਈ ਜਿਹੜਾ ਸੰਤ ਵੀਰ ਸਿੰਘ ਜੀ ਬਾਰੇ ਸੰਕੇਤ ਦੇ ਰਹੇ ਆ, ਇਹ ਐਸੇ ਉਹ ਮਹਾਨ ਮਹਾਪੁਰਸ਼, ਉਸ ਨਿਰਮਲ ਸੰਪਰਦਾ ਦਾ ਮਹਾਨ ਸਾਧੂ। ਬਿਨ ਬਾਸਨ ਬਾਸ ਵਿਸ਼ੇਸ਼ ਧਰੈ, ਬਿਨ ਬਾਸਨ ਬਿਨਾਂ ਕਿਸੇ ਬਾਸ਼ਨਾ ਤੋਂ, ਬਿਨਾਂ ਕਿਸੇ ਇੱਛਾ ਤੋਂ, ਭਾਵ ਇੱਛਾ ਰਹਿਤ ਹੋ ਕੇ ਇਸ ਇਤਿਹਾਸਕ ਅੰਮ੍ਰਿਤਸਰ ਦੇ ਵਿੱਚ ਵਿਸ਼ੇਸ਼ ਧਰੈ ਇੱਥੇ ਬਸ ਰਹੇ ਹਨ। ਬਿਨ ਬਾਸ ਬਸੈ ਬਾਰ ਬਾਸ ਜਹਾਨੀ, ਬਿਨ ਬਾਸ ਆਪਣਾ ਘਰ ਨਹੀਂ ਬਣਾਇਆ, ਆਪਣਾ ਘਰ ਬਣਾਉਣ ਤੋਂ ਬਿਨਾਂ, ਭਾਵ ਕੋਈ ਉੱਥੇ ਆਪਣਾ ਪੱਕਾ ਡੇਰਾ ਬਣਾਉਣ ਤੋਂ ਬਿਨਾਂ ਹੀ ਇਸ ਉੱਤਮ ਜਿਹੜਾ ਅੰਮ੍ਰਿਤਸਰ ਹੈ ਉਹ ਇੱਥੇ ਨਿਰਮਲਿਆਂ ਦੇ ਬੁੰਗੇ ਵਿੱਚ ਵੱਸਦੇ ਹਨ। ਸਭ ਸੱਜਣ ਠੀਕ ਪਛਾਨਤ ਹੈ। ਤੇ ਇਹ ਵੀ ਦੱਸਦੇ ਨੇ
ਕਿ ਸਾਰੇ ਸੱਜਣ ਭਾਈ ਚੰਗੀ ਤਰ੍ਹਾਂ ਇਹ ਦੱਸਦੇ ਹਨ ਕਿ ਉਹਨਾਂ ਦੇ ਨਾਮ ਤੇ ਉਪਾਧੀ ਕੀ ਹੈ। ਸਾਰੇ ਸੱਜਣ ਦੱਸਦੇ ਆ, ਸਾਰੇ ਚੰਗੀ ਤਰ੍ਹਾਂ ਇਹ ਗੱਲ ਜਾਣਦੇ ਹਨ। ਮਮ ਨਾਮ ਗਿਆਨ ਮਿਰਗੇਸ਼ ਗਿਆਨੀ, ਉਹਨਾਂ ਦਾ ਨਾਮ ਤੇ ਕਿਉਂਕਿ ਪਹਿਲਾਂ ਦੱਸਤਾ ਸੰਤ ਵੀਰ ਸਿੰਘ ਜੀ ਭਾਈ, ਉਹ ਤਾਂ ਹੁਣ ਤੁਸੀਂ ਸਾਰੇ ਜਾਣਦੇ ਹੋ। ਤੇ ਉਹਨਾਂ ਕੋਲੋਂ ਭਾਈ ਮੇਰੇ ਤੇ ਕਿਰਪਾ ਹੋਈ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਮਮ ਨਾਮ ਗਿਆਨ ਮਿਰਗੇਸ਼ ਗਿਆਨੀ, ਮਿਰਗੇਸ਼ ਨਾਮ ਮਿਰਗ ਈਸ਼, ਮਿਰਗਾਂ ਦਾ ਈਸ਼ ਸ਼ੇਰ, ਸ਼ੇਰ ਸਿੰਘ, ਗਿਆਨ ਮਿਰਗੇਸ਼, ਗਿਆਨ ਸਿੰਘ ਗਿਆਨੀ। ਇਸ ਤਰ੍ਹਾਂ ਕਹਿੰਦੇ ਭਾਈ ਸਾਰੇ ਸੱਜਣ ਜਾਣਦੇ ਹਨ ਕਿ ਮੇਰਾ ਨਾਮ ਫਿਰ ਇੱਥੇ ਗਿਆਨ ਸਿੰਘ, ਇਹ ਉਪਾਧੀ ਗਿਆਨੀ ਦੀ ਉਹਨਾਂ ਨੇ ਜਿਹੜੀ ਹੈ ਦਿੱਤੀ। ਉਹ ਮੈਨੂੰ ਗਿਆਨੀ ਜੀ ਕਹਿ ਕੇ ਬੁਲਾਇਆ ਕਰਦੇ ਸਨ। ਗੁਰ ਗਾਥ ਰਚੀ ਹਿਤ ਸਾਥ ਤਹਾਂ, ਤੇ ਮੈਂ ਬਹੁਤ ਹੀ ਪ੍ਰੇਮ ਦੇ ਨਾਲ ਇਸ ਅੰਮ੍ਰਿਤਸਰ ਸਾਹਿਬ ਵਿੱਚ ਰਹਿ ਕੇ ਗੁਰੂ ਸਾਹਿਬਾਨ ਖਾਲਸੇ ਪੰਥ ਦੀ ਕਥਾ ਆਪਣੇ ਦਿਲ ਹਿਤੀ ਪ੍ਰੇਮ ਦੇ ਨਾਲ ਸਫਲੀ ਕਰਨੇ ਹਿਤ ਮੈਂ ਨਿਜ ਬਾਨੀ, ਕਹਿੰਦੇ ਮੈਂ ਆਪਣੀ ਬਾਣੀ ਆਪਣੀ ਕਵਿਤਾ ਨੂੰ ਸਫਲ ਕਰਨ ਦੇ ਵਾਸਤੇ ਇਹ ਜਿਹੜਾ ਗ੍ਰੰਥ ਹੈ ਰਚਿਆ ਹੈ ਗਿਆਨੀ ਗਿਆਨ ਸਿੰਘ ਜੀ। ਕਿਉਂਕਿ ਬ੍ਰਿਜ ਭਾਸ਼ਾ ਦੇ ਜਿਵੇਂ ਗਿਆਨੀ ਭਾਈ ਸੰਤੋਖ ਸਿੰਘ ਜੀ ਨੇ ਬ੍ਰਿਜ ਭਾਸ਼ਾ ਲਿਖੀ, ਗਿਆਨੀਆਂ ਦੇ ਬੁੰਗੇ ਵਿੱਚ ਰਹਿ ਕੇ, ਗਿਆਨੀਆਂ ਦੇ ਬੁੰਗੇ ਨਿਰਮਲੇ ਹੀ ਹੁੰਦੇ ਸਨ। ਗਿਆਨੀ ਸੰਤ ਸਿੰਘ ਜੀ, ਗਿਆਨੀ ਸੰਤੋਖ ਸਿੰਘ ਜੀ ਦੇ ਵਿਦਿਆ ਦਾ ਤੇ ਉਹ ਵੀ ਨਿਰਮਲੇ ਮਹਾਂਪੁਰਸ਼ ਸੀ। ਇਹ ਗਿਆਨੀ ਵੀਰ ਸਿੰਘ ਜੀ, ਸੰਤ ਵੀਰ ਸਿੰਘ, ਇਹ ਵੀ ਨਿਰਮਲੇ ਸਨ ਜਿਨ੍ਹਾਂ ਨੇ ਕਿਰਪਾ ਕੀਤੀ। ਤੇ ਇੱਥੇ ਗੁਰਮੁਖੋ ਫਿਰ ਇਹ ਸ੍ਰੀ ਗੁਰੂ ਪੰਥ ਪ੍ਰਕਾਸ਼ ਜਿਹੜਾ ਹੈ ਇਹ ਗ੍ਰੰਥ ਰਚਿਆ, ਔਰ ਸਾਰਿਆਂ ਨਾਲੋਂ ਉੱਤਮ ਇਸ ਸਥਾਨ ਨੂੰ ਕਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਕਹਿ ਕੇ ਕਿ ਇੱਥੇ ਰਚਿਆ। ਇਹ ਰਚਿਆ ਕਿਉਂ, ਕਿਹਨੇ ਕਿਹਾ ਰਚਣ ਵਾਸਤੇ? ਉਹ ਹਨ ਪੰਡਤ ਤਾਰਾ ਸਿੰਘ ਜੀ ਨਰੋਤਮ, ਕਿ ਉਹ ਪਟਿਆਲੇ ਰਹਿੰਦੇ ਸੀ ਜਦੋਂ, ਕਿਉਂਕਿ ਇਹ ਵੀ ਪਟਿਆਲੇ ਜਾਂਦੇ ਸਨ। ਉਹਨਾਂ ਕਿਹਾ ਗਿਆਨੀ ਗਿਆਨ ਸਿੰਘ ਨੂੰ, ਉਹ ਵੀ ਇਹਨਾਂ ਨੂੰ ਵਿਦਿਆ ਪੜ੍ਹਾਉਣ ਵਾਲੇ ਸੀ, ਉਹਨਾਂ ਕੋਲੋਂ ਵੀ ਵਿਦਿਆ ਪੜ੍ਹੀ। ਪੰਡਤ ਤਾਰਾ ਸਿੰਘ ਜੀ ਨਰੋਤਮ ਵੀ ਚੰਗੇ ਮਹਾਂਪੁਰਸ਼ ਗੁਰਸਿੱਖ ਸਨ, ਪੰਡਤ ਵਿਦਵਾਨ ਸੀ, ਇਸ ਕਰਕੇ ਪੰਡਤ ਸ਼ਬਦ ਉਹਨਾਂ ਨਾਲ ਲੱਗਦਾ ਸੀ। ਤੇ ਉਹਨਾਂ ਨੇ ਜਿਹੜਾ ਹੈ ਉਹ ਵਿਦਵਾਨਾਂ ਚੋਂ ਮਹਾਨ ਵਿਦਵਾਨ, ਕਵੀਆਂ ਚੋਂ ਮਹਾਨ ਕਵੀ ਪੰਡਤ ਤਾਰਾ ਸਿੰਘ ਨਰੋਤਮ ਦੇ ਵੀ ਕੁਝ ਗ੍ਰੰਥ ਪ੍ਰਾਤਨ ਅੱਜ ਕੱਲ੍ਹ ਮਿਲਦੇ ਨਹੀਂ ਹਨ, ਉਹਨਾਂ ਨੇ ਵੀ ਗੁਰਮੁਖੋ ਗ੍ਰੰਥ ਲਿਖੇ। ਤੇ ਉਹਨਾਂ ਨੇ ਗਿਆਨੀ ਗਿਆਨ ਸਿੰਘ ਜੀ ਨੂੰ ਕਿਹਾ ਗ੍ਰੰਥ ਇਹ ਲਿਖੋ। ਤੋਂ ਇੱਥੇ ਤੱਕ ਹੁਣ ਇਹਨਾਂ ਨੇ ਮੰਗਲ ਜਿਹੜੇ ਹਨ ਉਹ ਸਮਾਪਤ ਹੋ ਜਾਂਦੇ ਆ। ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਕਿ ਉਸ ਧਰਤੀ ਦੇ ਉੱਤੇ ਇੱਕ ਨਿਰਮਲ ਭੇਖ ਦੇ ਗਿਆਨੀ ਸੰਤ ਵੀਰ ਸਿੰਘ ਜੀ ਰਹਿੰਦੇ ਸਨ। ਉਹਨਾਂ ਕੋਲੇ ਰਹਿ ਕੇ ਵਿਦਿਆ ਦੀ ਪ੍ਰਾਪਤੀ ਕਰ ਇੱਥੇ ਫਿਰ ਮੈਂ ਇਸ ਪਾਵਨ ਪਵਿੱਤਰ ਸਥਾਨ ਅੰਮ੍ਰਿਤਸਰ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਇਹ ਸ੍ਰੀ ਗੁਰੂ ਪੰਥ ਪ੍ਰਕਾਸ਼ ਮਹਾਨ ਗ੍ਰੰਥ ਆਪਣੀ ਕਾਵ ਕਵਿਤਾ ਨੂੰ ਸਫਲ ਕਰਨ ਵਾਸਤੇ ਗੁਰੂ ਮਹਾਰਾਜ ਤੇ ਗੁਰੂ ਕੇ ਪੰਥ ਖਾਲਸੇ ਦਾ ਇਹ ਇਤਿਹਾਸ ਲਿਖਿਆ ਹੈ। ਇਹ ਸਾਰਾ ਕੁਝ ਆਪਾਂ ਪਹਿਲਾਂ ਵੀ ਵਿਚਾਰ ਲਿਆ ਹੈ। ਆਓ ਹੁਣ ਇੱਥੇ ਮੰਗਲਾਂ ਦੀ ਸਮਾਪਤੀ ਹੋ ਜਾਂਦੀ ਹੈ, ਉਸ ਉਪਰੰਤ ਹੁਣ ਕੱਲ ਨੂੰ ਗ੍ਰੰਥ ਰਚਣ ਦਾ ਕਾਰਨ ਕੀ ਹੋਇਆ ਤੇ ਕਿਵੇਂ ਫਿਰ ਇਹ ਸ਼ੁਰੂਆਤ ਹੋਈ, ਇੱਥੋਂ ਆਪਣੀ ਕਥਾ ਕੱਲ ਨੂੰ ਆਰੰਭ ਹੋਵੇਗੀ। ਬਹੁਤ ਬਹੁਤ ਧੰਨਵਾਦ। ਸਤਿਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਕਰਨ, ਆਪਣਾ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਹੀ ਇਹ ਭਾਈ ਜੋ ਕਥਾ ਵਿਚਾਰ ਹੈ ਉਹ ਕਰਵਾ ਲੈਣ। ਬਹੁਤ ਹੀ ਪ੍ਰੇਮ ਸਤਿਕਾਰ ਨਾਲ ਮਾਈ ਭਾਈ ਆ ਕੇ ਸਰਵਣ ਕਰਦੇ ਹੋ। ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਸਾਹਿਬਾਨ ਤੇ ਗੁਰੂ ਕੇ ਪੰਥ ਖਾਲਸੇ ਦਾ ਇਤਿਹਾਸ ਸਰਵਣ ਕਰਦੇ ਹੋ ਤੇ ਮਾਲਕ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ। ਭੁੱਲ ਚੁੱਕ ਦੀ ਖਿਮਾ ਸਾਰੇ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।